ਕਿਹੜੀ ਜਾਦੂ ਦੀ ਛੜੀ ਆ ਤੁਹਾਡੇ ਕੋਲ ਜਿੱਥੇ ਡਾਕਟਰ ਹਾਰ ਜਾਂਦੇ ਆ, ਜਿੱਥੇ ਡਾਕਟਰ ਕਹਿੰਦੇ ਵੀ ਤੁਹਾਡੇ ਤਾਂ ਅਸੀਂ ਗੋਡਿਆਂ ਦਾ ਆਪਰੇਸ਼ਨ ਕਰਾਂਗੇ 3 ਲੱਖ ਰੁਪਈਆ ਲਵਾਂਗੇ, ਦੂਜੇ ਪਾਸੇ ਡਾਕਟਰ ਕਹਿੰਦੇ ਆ ਵੀ ਤੁਹਾਡਾ ਅਸੀਂ ਢਿੱਡ ਦਾ ਆਪਰੇਸ਼ਨ ਕਰਾਂਗੇ 50,000 ਰੁਪਈਆ ਲਵਾਂਗੇ। ਇੱਕ ਪਾਸੇ ਲੋਕ ਚਮੜੀ ਦਾ ਇਲਾਜ ਕਰਵਾਉਣ ਜਾ ਰਹੇ ਆ, ਸਾਲ ਹੋ ਗਿਆ, ਪੈਸੇ ਲੱਗੀ ਜਾਂਦੇ ਆ, ਆਰਾਮ ਨਹੀਂ ਆ ਰਿਹਾ, ਪਰ ਤੁਹਾਡੇ ਕੋਲ ਆ ਕੇ ਉਹ ਕਹਿੰਦੇ ਕੋਈ 1 ਹਫ਼ਤੇ ਠੀਕ ਹੋ ਰਿਹਾ, ਕੋਈ 10 ਦਿਨਾਂ ਠੀਕ ਹੋ ਰਿਹਾ। ਇਹ ਸਾਰਾ ਕਿਸ ਤਰ੍ਹਾਂ ਇਲਾਜ ਕਰ ਰਹੇ ਹੋ ਤੁਸੀਂ? ਹਸਪੀਟਲ ਤਾਂ ਹੁਣ ਚੱਲੇ ਆ 100 ਸਾਲ ਤੋਂ 150 ਸਾਲ ਤੋਂ ਚੱਲੇ ਹੋਣਗੇ। ਆਯੁਰਵੇਦ 5000 ਸਾਲ ਤੋਂ ਆ। ਕੀ ਪਹਿਲਾਂ ਲੋਕ ਇਲਾਜ ਨਹੀਂ ਸੀ ਕਰਾਉਂਦੇ? ਪਿਛਲੇ ਹਫਤੇ ਮੈਂ ਆਇਆ ਸੀ ਆਪਦੇ ਫਾਦਰ ਸਾਹਿਬ ਨੂੰ ਨਾਲ ਲੈ ਕੇ, ਤਾਂ ਵੈਦ ਜੀ ਨੇ ਹਫਤੇ ਦੀ ਦਵਾਈ ਦਿੱਤੀ ਸੀ ਇੱਕ ਵਾਰੀ, ਤੇ ਉਹ ਮੈਨੂੰ ਕਾਫੀ ਇੰਪਰੂਵਮੈਂਟ ਲੱਗੀ। ਜਿਵੇਂ ਚੱਲ ਫਿਰ ਵੀ ਨਹੀਂ ਸਕਦੇ ਸੀ ਪਹਿਲਾਂ। ਇਹਨਾਂ ਕੋਲ ਜਦੋਂ ਇਹਨਾਂ ਨੇ ਮੇਰੀ ਨਬਜ਼ ਦੇਖੀ, ਕਹਿੰਦੇ ਵੀ ਤੈਨੂੰ ਟਾਈਫਾਇਡ ਹੈ, ਤੇ ਜਦੋਂ ਇਹਨਾਂ ਨੇ ਮੈਨੂੰ ਦਿੱਤੀ ਆਪਣੀ ਦਵਾਈ ਤਾਂ ਉਹਦੇ ਨਾਲ ਬਹੁਤ ਜਲਦੀ ਮੈਨੂੰ ਫਰਕ ਪੈ ਗਿਆ। ਇਹ ਜੜੀਆਂ ਬੂਟੀਆਂ ਨੇ ਜੀ, ਜਿਵੇਂ ਤ੍ਰਿਫਲੇ ਤੋਂ ਲੈ ਕੇ ਸਵਰਨ ਭਸਮ, ਸੋਨਾ ਭਸਮ ਤੱਕ ਕੁਸ਼ਤੇ, ਸਾਰੇ ਕੁਸ਼ਤਾ, ਕਲੀ ਕੁਸ਼ਤਾ, ਸਿੱਕਾ, ਜਿੰਨੇ ਵੀ ਕੁਸ਼ਤੇ ਨੇ ਸਾਰੇ ਅਸੀਂ ਖੁਦ ਤਿਆਰ ਕਰਦੇ ਹਾਂ। ਮੇਰੀ ਬੇਟੀ ਨੂੰ ਪ੍ਰੋਬਲਮ ਹੈ, ਸਕਿਨ ਦੀ ਪ੍ਰੋਬਲਮ ਹੈ, ਇਹਦੇ ਪਿੰਪਲਸ ਬਹੁਤ ਨੇ, ਤੇ ਅਸੀਂ ਇਹਨੂੰ ਮੈਡੀਸਨ ਬਹੁਤ ਕਰਵਾਈ ਇਹਨੂੰ, ਪਰ ਕੋਈ ਫਰਕ ਨਹੀਂ ਪਿਆ। ਫਿਰ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਤੁਸੀਂ ਸਰਹੰਦ ਜਾਓ, ਉੱਥੇ ਵੈਦ ਜੀ ਨੇ ਬਹੁਤ ਵਧੀਆ ਦਵਾਈ ਹੈ ਉਹਨਾਂ ਦੀ। ਕਿ ਆਯੁਰਵੇਦ 'ਚ ਹਰ ਬਿਮਾਰੀ ਦਾ ਇਲਾਜ ਆ। ਪੇਟ ਦੇ ਰੋਗਾਂ ਦਾ, ਕਿਸੇ ਨੂੰ ਮਾਈਗ੍ਰੇਨ ਆ, ਸ਼ੂਗਰ ਆ, ਟੀਵੀ ਆ, ਥਾਇਰਾਇਡ ਦਾ ਇਲਾਜ ਆ, ਕੋਈ ਗੋਡਿਆਂ ਦਾ ਦਰਦ ਆ, ਜੋੜਾਂ ਦਾ ਦਰਦ ਆ, ਗਠੀਆ, ਅਧਰੰਗ ਆ। ਕਈ ਲੋਕ ਆਪਣੇ ਆਪ ਨੂੰ ਵੈਦ ਕਹਿ ਰਹੇ ਆ, ਪਰ ਉਹ ਫੁੱਲੀ ਟ੍ਰੇਨਡ ਨਹੀਂ ਹੁੰਦੇ। ਉਹ ਦਾਅਵੇ ਕਰੀ ਜਾਂਦੇ ਆ ਤੁਸੀਂ ਅੱਜ ਆਓ ਜੀ, ਸਵੇਰੇ ਪੱਥਰੀ ਸਾਡੇ ਗੁਰਦੇ 'ਚੋਂ ਨਿਕਲ ਜੂਗੀ, ਸਵੇਰੇ ਹੀ ਸਾਡੇ ਪਿੱਤੇ 'ਚੋਂ ਪੱਥਰੀ ਨਿਕਲ ਜੂਗੀ, ਤੁਸੀਂ ਜਿੱਥੋਂ ਵੀ ਫੇਲ ਹੋ ਕੇ ਆ ਜਾਓ, ਤੁਸੀਂ ਸਾਡੇ ਕੋਲ ਰਾਤ ਨੂੰ ਦਵਾਈ ਖਾਓ ਤੇ ਸਵੇਰੇ ਸਾਡਾ ਲੀਵਰ ਠੀਕ ਹੋ ਜੂ। ਕਿਉਂਕਿ ਅਸੀਂ ਵੀ ਪੱਥਰੀ ਕੱਢਦੇ ਹਾਂ, ਪੱਥਰੀ ਦੀ ਦਵਾਈ ਦਿੰਦੇ ਹਾਂ, ਹਫ਼ਤਾ ਲੱਗ ਜਾਂਦਾ ਪੱਥਰੀ ਨਿਕਲਣ ਨੂੰ। ਇਹ ਜਿਹੜੇ ਰਾਤੋਂ ਰਾਤ ਵਾਲੇ ਦਾਅਵੇ ਨੇ ਉਹ ਫੇਕ ਨੇ, ਉਹਨਾਂ ਤੋਂ ਬਚਣਾ ਵੀ ਸਾਨੂੰ ਚਾਹੀਦਾ। ਇੱਥੇ ਮੈਨੂੰ ਹਫ਼ਤਾ ਪਹਿਲਾਂ ਆਇਆ ਸੀਗਾ, ਅੱਜ ਮੈਂ 2 ਵਾਰ ਦਵਾਈ ਲੈਣ ਆਇਆ। ਮੈਨੂੰ 2-4 ਦਿਨਾਂ ਵਿੱਚ ਮਹਿਸੂਸ ਹੋਣ ਲੱਗ ਪਿਆ ਸੀ ਵੀ ਮੇਰੇ ਪੇਟ ਠੀਕ ਹੈ। ਦਿਲ ਦੇ ਵਿੱਚ ਕੋਈ ਵੀ ਪ੍ਰੋਬਲਮ ਆ, ਦਿਲ ਦੀ ਬਿਮਾਰੀ ਆ, ਬੀਪੀ ਵੱਧਦਾ, ਬੀਪੀ ਘਟਦਾ, ਜਿਹਨੇ ਆਹ ਭਸਮ ਸਾਡੀ ਕੀਤੀ ਹੋਈ ਤਿਆਰ 1 ਮਹੀਨਾ ਖਾ ਲਈ, ਮੁੜ ਕੇ ਦਿਲ ਦਾ ਰੋਗ ਨਹੀਂ ਲੱਗੂਗਾ ਬੰਦੇ ਨੂੰ। ਤੇ ਜਿਹੜੇ ਬੱਚੇ ਡਰਦੇ ਨੇ, ਪੜ੍ਹਾਈ 'ਚ ਕਮਜ਼ੋਰ ਨੇ, ਸਾਰਿਆਂ ਤੇ ਕੰਮ ਕਰਦੀ ਆ ਇਹ। ਇਹਦੇ 'ਚ ਇਹ ਆ ਵੀ ਖਾਣਾ ਸੌਖਾ, ਯੰਗ ਜਨਰੇਸ਼ਨ ਹੁਣ ਕੁੜੀਆਂ ਖਾ ਨਹੀਂ ਸਕਦੀ, ਉਸ ਕਰਕੇ ਉਹਦੀ ਸਹੂਲਤ ਲਈ ਆ ਚੀਜ਼ ਤਿਆਰ ਹੋ ਰਹੀ ਹੈ। ਸਾਂਝ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਦੀਪ ਸਿੰਘ ਤੱਗੜ। ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਬਹੁਤ ਲਾਹੇਮੰਦ ਹੋਵੇਗੀ ਜੋ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲੱਖਾਂ ਰੁਪਏ ਖਰਚ ਕੇ ਅੱਕ ਚੁੱਕੇ ਆ, ਪਰ ਉਹਨਾਂ ਦੀਆਂ ਬਿਮਾਰੀਆਂ ਨੂੰ 1 ਪੈਸੇ ਦਾ ਵੀ ਆਰਾਮ ਨਹੀਂ ਮਿਲਦਾ। ਸਾਡੇ ਦਰਸ਼ਕਾਂ ਦੇ ਬਹੁਤ ਸਾਰੇ ਕਮੈਂਟਸ, ਬਹੁਤ ਸਾਰੇ ਫੋਨ ਆ ਰਹੇ ਸਨ। ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਪੰਜਾਬ ਦੇ ਵਿੱਚ ਜਿਹੜੇ ਸਸਤੇ ਹਸਪਤਾਲ ਹੈਗੇ ਆ, ਜਿਹੜੇ ਬਾਕੀ ਲੋਕਾਂ ਦੀ ਸੇਵਾ ਕਰਦੇ ਆ, ਜਿੱਥੇ ਨਹੀਂ ਲੁੱਟ-ਪਾਟ ਹੋ ਰਹੀ, ਜਾਂ ਸਾਨੂੰ ਇਹੋ ਜਿਹੇ ਦੇਸੀ ਦਵਾਖਾਨੇ ਦੱਸੋ ਜਿੱਥੇ ਘੱਟ ਪੈਸਿਆਂ ਦੇ ਵਿੱਚ 100% ਇਲਾਜ ਕੀਤਾ ਜਾਂਦਾ ਹੋਵੇ। ਸੋ ਉਸ ਤੋਂ ਬਾਅਦ ਅਸੀਂ ਬਹੁਤ ਹੀ ਬਰੀਕੀ ਦੇ ਨਾਲ ਸਰਵੇ ਕੀਤਾ, ਜਿਸ ਵਿੱਚ ਸਭ ਤੋਂ ਵੱਡਾ ਨਾਂ ਸ਼੍ਰੀ ਸ਼ਿਵ ਕੁਮਾਰ ਵੈਦ ਜੀ ਦਾ ਸਾਹਮਣੇ ਨਾਮ ਆਇਆ, ਜਿਹੜਾ ਕਿ ਸਰਹੰਦ ਸ਼ਹਿਰ ਦੇ ਵਿੱਚ ਸਾਨੀਪੁਰ ਰੋਡ ਹੈਗਾ, ਉੱਥੇ ਇਹ ਜਿਹੜਾ ਕਿ ਤੁਸੀਂ ਵੇਖ ਸਕਦੇ ਹੈਗੇ ਆ ਸ਼੍ਰੀ ਅਦਿੱਤਿਆ ਆਯੁਰਵੈਦਿਕ ਦਵਾਖਾਨਾ ਹੈਗਾ। ਤੇ ਵੈਦ ਸ਼ਿਵ ਕੁਮਾਰ ਸੂਦ ਜੀ ਪਿਛਲੇ 20 ਸਾਲਾਂ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਆ। ਜਦੋਂ ਲੋਕਾਂ ਦਾ ਮੰਨਣਾ ਹੈਗਾ, ਲੋਕਾਂ ਦਾ ਬਹੁਤ ਵੱਡਾ ਯਕੀਨ ਆ, ਉਹ ਕਹਿੰਦੇ ਵੀ ਜਦੋਂ ਅਸੀਂ ਇੱਥੇ ਵੈਦ ਜੀ ਕੋਲ ਜਾਂਦੇ ਆ, ਬਹੁਤ ਘੱਟ ਪੈਸਿਆਂ ਦੇ ਵਿੱਚ, ਬਹੁਤ ਘੱਟ ਸਮੇਂ ਦੇ ਨਾਲ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈਗਾ। ਹੁਣ ਅਸੀਂ ਵੈਦ ਜੀ ਨਾਲ ਵੀ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਜਿਹੜੇ ਇੱਥੇ ਮਰੀਜ਼ ਆਏ ਹੋਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ, ਕਿਉਂਕਿ ਮਰੀਜ਼ਾਂ ਤੋਂ ਅਸਲੀ ਜਾਣਕਾਰੀ ਲੈ ਸਕਦੇ ਆ ਕਿ ਉਹ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਾਉਣ ਆਉਂਦੇ ਆ, ਕਿੱਦਾਂ ਦੀਆਂ ਫੈਸਿਲਿਟੀਆਂ ਇੱਥੇ ਦਿੱਤੀਆਂ ਜਾਂਦੀਆਂ, ਕਿੰਨਾ ਕਿ ਇੱਥੇ ਖਰਚਾ ਆਉਂਦਾ ਹੈਗਾ ਤੇ ਕਿੰਨੇ ਦਿਨਾਂ ਦੇ ਵਿੱਚ ਇੱਥੇ ਇਲਾਜ ਕੀਤਾ ਜਾਂਦਾ। ਕਿਉਂਕਿ ਯਕੀਨ ਜਿਹੜਾ ਲੋਕਾਂ ਦਾ ਬਣਿਆ ਹੋਇਆ, ਉਹਦੇ ਪਿੱਛੇ ਅਸਲ ਕਾਰਨ ਕੀ ਹੈਗਾ, ਉਹ ਵੀ ਆਪਾਂ ਇੱਥੇ ਮਰੀਜ਼ਾਂ ਨਾਲ ਗੱਲਬਾਤ ਕਰਾਂਗੇ। ਹੁਣ ਆਪਾਂ ਚੱਲਦੇ ਅੰਦਰ ਤੇ ਕਰਾਂਗੇ ਗੱਲਬਾਤ।
ਸੋ ਤੁਸੀਂ ਵੇਖ ਸਕਦੇ ਆ ਕਿ ਇੱਥੇ ਕਾਫੀ ਦੂਰੋਂ ਮਰੀਜ਼ ਆਏ ਹੋਏ ਆ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਹੋ ਤੁਸੀਂ? ਅਸੀਂ ਚੰਡੀਗੜ੍ਹ ਤੋਂ ਆਏ ਹਾਂ। ਚੰਡੀਗੜ੍ਹ ਤੋਂ। ਚੰਡੀਗੜ੍ਹ ਤੋਂ ਕੀ ਇਲਾਜ ਕਰਾਉਣ ਆਏ ਹੋ ਤੁਸੀਂ ਇੱਥੇ? ਮੇਰੇ ਫਾਦਰ ਸਾਹਿਬ ਨੂੰ ਗੋਡਿਆਂ ਦੀ ਪ੍ਰੋਬਲਮ ਹੈ ਜੀ, ਉਹਦੇ ਵਾਸਤੇ ਆਏ ਹਾਂ ਅਸੀਂ। ਪਰ ਲੋਕ ਤਾਂ ਚੰਡੀਗੜ੍ਹ ਜਾਂਦੇ ਆ ਵੀ ਚੰਡੀਗੜ੍ਹ ਵੱਡਾ ਸ਼ਹਿਰ ਆ, ਵੱਡੇ ਹਸਪੀਟਲ ਹੈਗੇ ਆ, ਉੱਥੋਂ ਇਲਾਜ ਕਰਾਉਣਾ। ਤੁਸੀਂ ਚੰਡੀਗੜ੍ਹ ਛੱਡ ਕੇ ਸਰਹੰਦ ਸ਼ਹਿਰ ਦੇ ਵਿੱਚ ਆਏ ਹੋ, ਕੀ ਕਾਰਨ ਹੈਗਾ ਇਹਦਾ? ਦਾ ਕਾਰਨ ਇਹ ਹੈ ਜੀ, ਚੰਡੀਗੜ੍ਹ ਕਾਫੀ ਜਗ੍ਹਾ ਤੋਂ ਜਿਵੇਂ ਅਸੀਂ ਪਤਾ ਕੀਤਾ ਦਿਖਾਏ ਸੀ ਫਾਦਰ ਸਾਹਿਬ ਨੂੰ, ਪਰ ਉਹਨਾਂ ਨੇ ਜਿਵੇਂ ਕਿਹਾ ਕਿ ਗੋਡੇ ਉਹਨਾਂ ਦੇ ਪੂਰੇ ਖਰਾਬ ਹੋ ਚੁੱਕੇ ਹੈ ਤੇ ਗੋਡੇ ਨਵੇਂ ਪੈਣਗੇ, ਤੇ ਜਿਹਦਾ ਕਿ 2 ਤੋਂ 3 ਲੱਖ ਰੁਪਏ ਦਾ ਖਰਚਾ ਵੀ ਹੈ, ਤੇ ਫਿਰ ਆਪਰੇਟ ਵੀ ਹੋਊਗਾ ਤਾਂ ਘੱਟ ਵੱਧ ਵੀ ਹੋਊਗੀ। ਫਿਰ ਸਾਡੇ ਇੱਕ ਰਿਸ਼ਤੇਦਾਰਾਂ ਤੋਂ ਸਾਨੂੰ ਪਤਾ ਲੱਗਿਆ ਕਿ ਵੈਦ ਸ਼ਿਵ ਕੁਮਾਰ ਜੀ ਨੇ ਕੋਈ ਸਰਹੰਦ ਤੋਂ, ਤੇ ਉਹਨਾਂ ਕੋਲ ਇੱਕ ਵਾਰੀ ਦਿਖਾ ਕੇ ਜ਼ਰੂਰ ਆਓ। ਤਾਂ ਕਰਕੇ ਫਿਰ ਪਿਛਲੇ ਹਫਤੇ ਮੈਂ ਆਇਆ ਸੀ ਆਪਦੇ ਫਾਦਰ ਸਾਹਿਬ ਨੂੰ ਨਾਲ ਲੈ ਕੇ, ਤਾਂ ਵੈਦ ਜੀ ਨੇ ਹਫਤੇ ਦੀ ਦਵਾਈ ਦਿੱਤੀ ਸੀ ਇੱਕ ਵਾਰੀ, ਤੇ ਉਹ ਮੈਨੂੰ ਕਾਫੀ ਇੰਪਰੂਵਮੈਂਟ ਲੱਗੀ। ਜਿਵੇਂ ਉਹ ਚੱਲ ਫਿਰ ਵੀ ਨਹੀਂ ਸਕਦੇ ਸੀ ਪਹਿਲਾਂ, ਹੁਣ ਹਫਤੇ ਦੀ ਦਵਾਈ ਲੈਣ ਤੋਂ ਬਾਅਦ ਕਾਫੀ ਇੰਪਰੂਵਮੈਂਟ ਮੈਨੂੰ ਆਪ ਨੂੰ ਹੀ ਨਜ਼ਰ ਆਈ। ਪਰ ਉੱਥੇ ਉਹਨਾਂ ਨੇ 2-3 ਲੱਖ ਰੁਪਏ ਦਾ ਇਲਾਜ ਦੱਸਿਆ ਸੀਗਾ ਵੀ 2-3 ਲੱਖ ਰੁਪਏ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਨੂੰ ਠੀਕ ਕਰ ਦੇਣਗੇ। ਇੱਥੇ ਕਿੰਨਾ ਖਰਚਾ ਆਇਆ ਤੁਹਾਡਾ? ਇੱਥੇ ਤਾਂ ਕੋਈ ਖਰਚਾ ਵੀ ਨਹੀਂ ਜੀ, ਬਹੁਤ ਰੀਜ਼ਨੇਬਲ ਹੈ। ਬਸ ਦਵਾਈ ਦਾ ਜੋ ਵੀ ਹੁੰਦਾ ਜੀ ਬੜਾ ਨਾਰਮਲ ਜਿਹਾ। ਜਿਵੇਂ 2-3 ਲੱਖ ਰੁਪਇਆ ਤਾਂ ਬਹੁਤ ਸਾਡੇ ਲਈ ਅਫੋਰਡ ਕਰਨਾ ਵੀ ਥੋੜਾ ਜਿਹਾ ਪ੍ਰੋਬਲਮ ਵਾਲੀ ਗੱਲ ਸੀ। ਇੱਕ ਹਫ਼ਤੇ ਦੇ ਵਿੱਚ ਇੰਪਰੂਵਮੈਂਟ ਪੈਣੀ ਸ਼ੁਰੂ ਹੋ ਗਈ ਆ? ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਜੀ, ਇਸੇ ਕਰਕੇ ਮੈਂ ਅੱਜ ਇਕੱਲਾ ਆਇਆ ਤੇ ਦਵਾਈ ਲੈਣ ਆਇਆ ਮੈਂ ਸਿਰਫ। ਸੋ ਬਾਕੀ ਗੱਲਾਂ ਸੁਣੀਆਂ ਸੀਗੀਆਂ ਬਈ ਇੱਥੋਂ ਬੜੀ ਜਲਦ ਇਲਾਜ ਹੁੰਦਾ ਹੈਗਾ, ਬਹੁਤ ਘੱਟ ਪੈਸੇ ਦੇ ਵਿੱਚ ਹੁੰਦਾ। ਜਿਵੇਂ ਇਹਨਾਂ ਨੇ ਦੱਸਿਆ ਕਿ 2-3 ਲੱਖ ਰੁਪਏ ਦੀ ਜਿਹੜੀ ਕਿ ਡਾਕਟਰ ਸਾਹਿਬ ਵੱਲੋਂ ਉੱਥੇ ਮੰਗ ਕੀਤੀ ਗਈ ਸੀ, ਪਰ ਇੱਥੇ ਬਹੁਤ ਘੱਟ ਪੈਸਿਆਂ ਦੇ ਵਿੱਚ ਬਿਨਾਂ ਆਪਰੇਸ਼ਨ ਤੋਂ, ਬਿਨਾਂ ਗੋਡੇ ਚੇਂਜ ਕੀਤੇ ਇਲਾਜ ਇੱਥੇ ਹੋ ਰਿਹਾ। ਇੱਕ ਹਫ਼ਤੇ ਦੇ ਵਿੱਚ ਇੰਪਰੂਵਮੈਂਟ ਹੋਣੀ ਸ਼ੁਰੂ ਹੋ ਗਈ ਸੀ। ਭਾਜੀ ਤੁਸੀਂ ਕਿੱਥੋਂ ਆਏ ਹੋ? ਮੈਂ ਵੀਰ ਜੀ ਪਟਿਆਲੇ ਤੋਂ ਆਇਆ ਜੀ। ਤੁਸੀਂ ਕੀ ਪ੍ਰੋਬਲਮ ਹੈਗੀ ਜਿਹੜਾ ਤੁਸੀਂ ਇੱਥੇ ਵੈਦ ਜੀ ਕੋਲ ਆਏ ਹੋ? ਮੈਨੂੰ ਵੀਰ ਜੀ ਪਿਛਲੇ ਕਾਫੀ ਟਾਈਮ ਤੋਂ ਕਦੇ ਬੁਖਾਰ ਚੜ ਜਾਂਦਾ ਸੀ, ਕਦੇ ਉਤਰ ਜਾਂਦਾ ਸੀਗਾ ਜੀ। ਤੇ ਜਿਸ ਦਿਨ ਅਸੀਂ ਵੈਦ ਜੀ ਕੋਲੇ ਆਏ, ਵੈਸੇ ਤਾਂ ਕਾਫੀ ਸਾਲਾਂ ਤੋਂ ਅਸੀਂ ਹੁੰਨੇ, ਸਾਡੇ ਫੈਮਿਲੀ ਡਾਕਟਰ ਨੇ ਜਾਣੀ ਕਿ ਵੈਦ ਜੀ ਅਸੀਂ ਕਹਿੰਦੇ ਇਹਨਾਂ ਨੂੰ, ਤੇ ਇਹਨਾਂ ਦੇ ਸਾਡੇ ਫੈਮਿਲੀ ਡਾਕਟਰ ਨੇ। ਅਸੀਂ ਇਹਨਾਂ ਕੋਲੇ ਜਦੋਂ ਆਏ, ਇਹਨਾਂ ਨੇ ਮੇਰੀ ਨਬਜ਼ ਦੇਖੀ, ਕਹਿੰਦੇ ਵੀ ਤੈਨੂੰ ਟਾਈਫਾਇਡ ਹੈ। ਤੇ ਜਦੋਂ ਇਹਨਾਂ ਨੇ ਮੈਨੂੰ ਦਿੱਤੀ ਆਪਣੀ ਦਵਾਈ, ਤਾਂ ਉਹਦੇ ਨਾਲ ਬਹੁਤ ਜਲਦੀ ਮੈਨੂੰ ਫਰਕ ਪੈ ਗਿਆ। ਤੇ ਅੱਜ ਤੁਹਾਡੇ ਸਾਹਮਣੇ ਬੈਠਾ। ਤੁਸੀਂ ਪਹਿਲਾਂ ਕਿਤੇ ਚੈੱਕ ਕਰਾਇਆ ਸੀ ਉਦਾਂ? ਨਹੀਂ, ਚੈੱਕ ਨਹੀਂ ਸੀ ਕਰਾਇਆ। ਉਹ ਦਵਾਈ ਲੈਣ ਜਾਂਦੇ ਸੀਗੇ ਜੀ, ਦਵਾਈ ਲੈ ਕੇ ਆ ਜਾਂਦੇ ਸੀ, ਮੁੜੇ ਆਉਂਦੇ ਸੀ, ਪਰ ਕੋਈ ਫਰਕ ਨਹੀਂ ਸੀ ਪੈਂਦਾ। ਹਾਲਾਂਕਿ ਅਸੀਂ ਕਾਫੀ ਸਾਲਾਂ ਤੋਂ ਆਉਂਦੇ ਸੀ, ਪਰ ਇਹਨਾਂ ਨੇ ਛੱਡ ਕੇ ਅਸੀਂ ਗਏ, ਦੁਬਾਰਾ ਫੇਰ ਆਏ ਜਦ ਮੈਂ, ਤਾਂ ਉਰੇ ਆ ਕੇ ਮੈਨੂੰ ਫਰਕ ਬਹੁਤ ਪੈ ਗਿਆ ਜੀ। ਹੁਣ ਮੈਨੂੰ ਕਾਫੀ ਦਿਨਾਂ ਤੋਂ ਮੈਂ ਠੀਕ ਹਾਂ। ਤੁਹਾਨੂੰ ਕੀ ਲੱਗਦਾ ਵੀ ਲੋਕ ਜਿਵੇਂ ਇੱਧਰ ਬਾਈ ਜੀ ਹੁਣ ਵੀ ਦੱਸ ਚੰਡੀਗੜ੍ਹੋਂ ਕੋਈ ਕਿਤੇੋਂ ਦੂਰੋਂ ਆਉਂਦਾ, ਕੀ ਕਾਰਨ ਆ ਜਿਹੜਾ ਇੱਥੇ ਸਰਹੰਦ ਵੈਦ ਜੀ ਕੋਲ ਆਉਂਦੇ ਆ ਤੇ ਅਜੇ ਵੀ ਲੋਕ ਦੇਸੀ ਦਵਾਖਾਨਿਆਂ ਵਿੱਚ ਯਕੀਨ ਰੱਖਦੇ ਆ? ਮੇਰੇ ਹਿਸਾਬ ਨਾਲ ਰੱਖਣਾ ਚਾਹੀਦਾ ਜੀ। ਇਹਨਾਂ ਦੀ ਦਵਾਈ ਕੋਈ ਸਾਈਡ ਇਫੈਕਟ ਨਹੀਂ ਕਰਦੀ ਹੈਗੀ। ਜਿਵੇਂ ਆਪਾਂ ਹੋਰ ਮੈਡੀਸਨ ਲੈਂਦੇ ਆ, ਉਹਨਾਂ ਨਾਲ ਕਾਫੀ ਹੋਰ ਵੀ ਪ੍ਰੋਬਲਮਾਂ ਕ੍ਰੀਏਟ ਹੋ ਜਾਂਦੀਆਂ ਨੇ, ਤੇ ਵਧੀਆ ਦਵਾਈ ਦਿੰਦੇ ਨੇ ਜੀ ਸਾਰੀ। ਜਿਹੜੇ ਅੱਜ ਕੱਲ੍ਹ ਦੇ ਯੰਗਸਟਰ ਮੁੰਡੇ ਕੁੜੀਆਂ, ਉਹ ਪ੍ਰਾਈਵੇਟ ਹਸਪਤਾਲਾਂ 'ਚ ਜਾਂਦੇ ਆ, ਕਲੀਨਿਕ ਦੇ ਵਿੱਚ ਜਾਂਦੇ ਆ, ਉਹਨਾਂ ਨੂੰ ਹੁੰਦਾ ਉੱਥੇ ਯਕੀਨ ਆ। ਤੇ ਤੁਹਾਨੂੰ ਕਿੱਦਾਂ ਲੱਗਾ ਵੀ ਆਪਾਂ ਦੇਸੀ ਦਵਾਖਾਨੇ ਵਿੱਚ ਜਾਣਾ ਤੇ ਵੈਦ ਜੀ ਕੋਲ ਹੀ ਜਾਣਾ ਹੈਗਾ? ਸਾਨੂੰ ਸੁਣਨ ਚ ਮਿਲਿਆ ਸੀਗਾ ਵੀ ਤੁਸੀਂ ਉੱਥੇ ਦੀ ਮੈਡੀਸਿਨ ਖਾ ਕੇ ਦੇਖੋ, ਵੀ ਦੇਸੀ ਦਵਾਈਆਂ ਮਿਲਦੀਆਂ ਨੇ, ਵੀ ਜਾ ਕੇ ਇੱਕ ਵਾਰ ਦੇਖੋ, ਵੀ ਖਾ ਕੇ ਦੇਖੋ। ਖਾ ਕੇ ਦੇਖਣ ਤੋਂ ਹੀ ਪਤਾ ਲੱਗਦਾ ਵੀ ਕਿੰਨੀ ਕੁ ਪ੍ਰੋਬਲਮ ਆ, ਕਿਵੇਂ ਆ। ਕਾਫੀ ਡਾਕਟਰਾਂ ਕੋਲ ਗਈ ਸੀ ਜਦੋਂ ਮੈਂ ਇੱਥੇ ਆਈ ਆ, ਤੇ 1 ਮਹੀਨੇ 'ਚ ਮੈਨੂੰ ਠੀਕ ਆ। ਮੈਂ ਅੱਜ ਤੁਹਾਡੇ ਕੋਲ ਆ ਜੀ, ਤੁਹਾਡੇ ਸਾਹਮਣੇ ਆ, ਐਨ ਠੀਕ ਠਾਕ ਆ। ਸੋ ਲੋਕਾਂ ਦਾ ਵਿਸ਼ਵਾਸ ਜੁੜਿਆ ਹੋਇਆ ਹੈ, ਜਿਹੜੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂਦੇ ਸੀ ਜਿੱਥੇ ਪੈਸੇ ਵੀ ਲੱਗਦੇ ਸੀ, ਪਰ ਇਹਨਾਂ ਨੇ ਵੀ ਦੱਸਿਆ ਵੀ ਉੱਥੇ ਕਾਫੀ ਲੰਬਾ ਟਾਈਮ ਮੈਡੀਸਨ ਤਾਂ ਲਈ ਆ, ਪਰ ਫਰਕ ਨਹੀਂ ਪਿਆ ਸੀਗਾ। ਤੁਸੀਂ ਕਿੱਥੋਂ ਆਏ ਹੋ? ਖੰਨੇ ਤੋਂ ਜੀ। ਤੁਸੀਂ ਕੀ ਸੀਗੀ ਪ੍ਰੋਬਲਮ ਜਿਹੜਾ ਇੱਥੇ ਆਏ ਹੋ? ਮੇਰੀ ਬੇਟੀ ਨੂੰ ਪ੍ਰੋਬਲਮ ਹੈ, ਸਕਿਨ ਦੀ ਪ੍ਰੋਬਲਮ ਹੈ, ਇਹਦੇ ਪਿੰਪਲਸ ਬਹੁਤ ਨੇ, ਤੇ ਅਸੀਂ ਇਹਨੂੰ ਮੈਡੀਸਨ ਬਹੁਤ ਕਰਵਾਈ ਇਹਨੂੰ, ਪਰ ਕੋਈ ਫਰਕ ਨਹੀਂ ਪਿਆ। ਫਿਰ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਤੁਸੀਂ ਸਰਹੰਦ ਜਾਓ, ਉੱਥੇ ਵੈਦ ਜੀ ਨੇ ਬਹੁਤ ਵਧੀਆ ਦਵਾਈ ਹੈ ਉਹਨਾਂ ਦੀ, ਤੁਸੀਂ ਉੱਥੋਂ ਟ੍ਰੀਟਮੈਂਟ ਲਓ। ਇਸ ਲਈ ਹੁਣ ਮੈਂ ਗੁੜੀਆ ਨੂੰ ਪਹਿਲੀ ਵਾਰੀ ਇੱਥੇ ਲੈ ਕੇ ਆਈ। ਅੱਜ ਤੁਸੀਂ ਪਹਿਲੀ ਵਾਰ ਆਏ ਹੋ ਇੱਥੇ? ਜੀ ਪਹਿਲੀ ਵਾਰੀ ਆਈ ਹਾਂ ਜੀ। ਬਾਕੀ ਸੋ ਜਿੱਦਾਂ ਦੀਆਂ ਵੀ ਸਮੱਸਿਆਵਾਂ ਇੱਥੇ ਲੋਕਾਂ ਨੂੰ ਹੈਗੀਆਂ, ਉਹ ਆਉਂਦੇ ਹੈਗੇ ਤੇ ਦੂਰੋਂ ਆ ਕੇ ਇੱਥੇ ਆਪਣਾ ਇਲਾਜ ਕਰਵਾ ਰਹੇ। ਇੱਧਰ ਵੀ ਬਾਈ ਹੁਣੀ ਬੈਠੇ ਆ। ਕੀ ਸਮੱਸਿਆ ਸੀਗੀ ਬਾਈ ਜੀ ਤੁਹਾਨੂੰ? ਉਹਨਾਂ ਪੇਟ ਦੀ ਬਹੁਤ ਪ੍ਰੋਬਲਮ ਰਹਿੰਦੀ ਸੀ। ਮੈਂ ਪ੍ਰਾਈਵੇਟ ਹਸਪਤਾਲ ਤੋਂ ਕਈਆਂ ਤੋਂ ਦਵਾਈ ਲੈ ਚੁੱਕਿਆ ਸੀ, ਤੇ ਉੱਥੋਂ ਕੋਈ ਫਰਕ ਨਹੀਂ ਪਿਆ। ਜਿੱਥੇ ਜਾਂਦਾ ਸੀ ਪਹਿਲਾਂ ਸਕੈਨ ਕਰ ਦਿੰਦਾ ਸੀ, 15-20 ਹਜ਼ਾਰ ਰੁਪਏ ਮੇਰਾ ਹੁਣ ਤੱਕ ਲੱਗ ਚੁੱਕਿਆ ਹੈ। ਇੱਥੇ ਇਲਾਜ ਤੁਸੀਂ ਕਰਾ ਰਹੇ ਸੀ ਪਹਿਲਾਂ? ਮੈਂ ਪਹਿਲਾਂ ਪਟਿਆਲੇ ਤੋਂ ਵੀ ਖਾਧੀ ਹੈ ਦਵਾਈ, ਤੇ ਚੰਡੀਗੜ੍ਹ ਤੋਂ ਵੀ ਖਾਧੀ ਸੀ, ਲੇਕਿਨ ਕਿਤੋਂ ਫਰਕ ਨਹੀਂ ਪਿਆ ਹੈਗਾ। ਫਿਰ ਮੈਨੂੰ ਮੇਰੇ ਦੋਸਤ ਨੇ ਰੈਫਰ ਕੀਤਾ ਸੀ ਵੈਦ ਸ਼ਿਵ ਕੁਮਾਰ ਜੀ ਵਾਲੇ। ਫਿਰ ਇੱਥੋਂ ਆ ਕੇ ਇਹਨਾਂ ਨੇ ਮੈਨੂੰ 1 ਹਫ਼ਤੇ ਦੀ ਦਵਾਈ ਦਿੱਤੀ। ਉਸ ਨਾਲ ਮੇਰਾ ਦੂਜੇ ਦਿਨ ਹੀ ਮੈਨੂੰ ਪਤਾ ਲੱਗਣ ਲੱਗ ਗਿਆ ਵੀ ਮੇਰਾ ਫਰਕ ਪੈ ਗਿਆ। ਕਿੰਨੇ ਕੁ ਪੈਸੇ ਲੱਗ ਚੁੱਕੇ ਪਹਿਲਾਂ ਤੁਹਾਡੇ? ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਸਕੈਨਿੰਗ ਕਰਾਈ, ਐਕਸ-ਰੇ ਕਰਾਏ, ਪ੍ਰਾਈਵੇਟ ਹਸਪਤਾਲਾਂ ਵਿੱਚ ਗਏ, ਚੰਡੀਗੜ੍ਹ ਵੀ ਗਏ, ਪਟਿਆਲੇ ਵੀ ਗਏ, ਕਿੰਨਾ ਖਰਚਾ ਆ ਚੁੱਕਾ ਹੁਣ ਤੱਕ? ਹੁਣ ਤੱਕ ਮੇਰਾ 20-25 ਹਜ਼ਾਰ ਖਰਚਾ ਆ ਚੁੱਕਾ ਹੈ।
ਆਰਾਮ ਮਿਲਿਆ ਸੀ ਵੈਸੇ? ਨਹੀਂ ਕੋਈ ਫਰਕ ਨਹੀਂ ਪਿਆ। ਤੇ ਇੱਥੇ ਵੈਦ ਜੀ ਕੋਲ, ਸ਼ਿਵ ਕੁਮਾਰ ਜੀ ਕੋਲ ਕਿੰਨੇ ਟਾਈਮ ਤੁਸੀਂ ਪਹਿਲਾਂ ਆਏ ਸੀਗੇ? ਇੱਥੇ ਮੈਨੂੰ ਹਫ਼ਤਾ ਪਹਿਲਾਂ ਆਇਆ ਸੀਗਾ, ਅੱਜ ਮੈਂ ਦੂਜੀ ਵਾਰ ਦਵਾਈ ਲੈਣ ਆਇਆ ਹਾਂ। ਮੈਨੂੰ 2-4 ਦਿਨਾਂ ਵਿੱਚ ਮਹਿਸੂਸ ਹੋਣ ਲੱਗ ਪਿਆ ਸੀ ਵੀ ਮੇਰੇ ਪੇਟ ਠੀਕ ਹੈ। ਜਦੋਂ ਤੁਸੀਂ ਇੱਥੇ ਪਹਿਲੀ ਵਾਰੀ ਆਏ ਆ ਵੈਦ ਜੀ ਕੋਲ, ਕੀ ਰਿਐਕਸ਼ਨ ਸੀ? ਉਹਨਾਂ ਨੇ ਕੀ ਗੱਲ ਕਹੀ ਤੁਹਾਨੂੰ? ਪਹਿਲਾਂ ਕਿੱਦਾਂ ਚੈੱਕ ਕੀਤਾ, ਕੀ ਟ੍ਰੀਟਮੈਂਟ ਦਿੱਤਾ ਤੁਹਾਨੂੰ? ਉਹਨਾਂ ਨੇ ਕੋਈ ਮੇਰਾ ਟੈਸਟ ਨਹੀਂ ਕੀਤਾ, ਕੁਝ ਨਹੀਂ ਕੀਤਾ। ਉਹਨਾਂ ਨੇ ਸਿਰਫ ਮੇਰੇ ਨਬਜ਼ ਚੈੱਕ ਕੀਤੀ ਸੀ। ਉਸ ਤੋਂ ਉਹਨਾਂ ਨੇ ਦੱਸਿਆ ਕਿ ਪੇਟ ਦੀ ਆਹ ਪ੍ਰੋਬਲਮ ਆ। ਇੱਥੋਂ ਤੱਕ ਕਿ ਮੈਨੂੰ ਆਪਰੇਟ ਕਰਨ ਲਈ ਵੀ ਕਹਿੰਦੇ ਸੀ ਹੋਰ ਹਸਪਤਾਲ ਵਾਲੇ, ਪਰ ਇਹਨਾਂ ਨੇ ਕਿਹਾ ਵੀ ਕੋਈ ਆਪਰੇਟ ਦੀ ਲੋੜ ਨਹੀਂ ਹੈ। ਸੋ ਇੱਥੇ ਇਦਾਂ ਦੇ ਮਰੀਜ਼ ਵੀ ਠੀਕ ਹੁੰਦੇ ਆ ਜਿਨ੍ਹਾਂ ਨੂੰ ਡਾਕਟਰ ਕਹਿੰਦੇ ਆ ਵੀ ਤੁਹਾਡਾ ਆਪਰੇਸ਼ਨ ਕੀਤਾ ਜਾਣਾ ਆ, ਜਿਨ੍ਹਾਂ ਨੂੰ ਕਹਿੰਦੇ ਆ ਵੀ ਤੁਸੀਂ ਉੱਦਾਂ ਠੀਕ ਹੀ ਨਹੀਂ ਹੋ ਸਕਦੇ। ਪਰ ਇੱਥੇ ਵੈਦ ਜੀ ਕੋਲ ਇੱਕ ਇਹੋ ਜੀ ਚੀਜ਼ ਹੈਗੀ ਆ, ਨਬਜ਼ ਦੇਖ ਕੇ ਮਰੀਜ਼ ਦੀ ਦੱਸ ਦਿੰਦੇ ਆ ਵੀ ਕਿੰਨੀ ਕੁ ਪ੍ਰੋਬਲਮ ਹੈਗੀ ਆ, ਕਿੰਨੇ ਕੁ ਟਾਈਮ 'ਚ ਠੀਕ ਹੋ ਜਾਣਾ। ਸੋ ਜਿਵੇਂ ਇਹਨਾਂ ਨੇ ਦੱਸਿਆ ਕਿ 1 ਹਫ਼ਤੇ ਦਾ ਟਾਈਮ ਦਿੱਤਾ ਸੀ, 1 ਹਫ਼ਤੇ ਦੇ ਵਿੱਚ ਬਿਲਕੁਲ ਠੀਕ ਹੋ ਚੁੱਕਿਆ। ਜੇਕਰ ਇੱਥੇ ਨਾ ਆਉਂਦੇ ਤਾਂ ਆਪਰੇਸ਼ਨ ਇਹਨਾਂ ਦਾ ਜ਼ਰੂਰ ਹੋ ਜਾਣਾ ਸੀ। 25-30 ਹਜ਼ਾਰ ਰੁਪਈਆ ਵੀ ਲਵਾ ਚੁੱਕਿਆ, ਪਰ ਆਰਾਮ ਨਹੀਂ ਇਹਨਾਂ ਨੂੰ ਮਿਲਿਆ ਸੀਗਾ। ਬਾਈ ਜੀ ਇੱਥੇ ਇਹਨਾਂ ਵੱਲੋਂ ਆਪਣੀਆਂ ਹੀ ਜਿਹੜੀਆਂ ਖੁਦ ਵੱਲੋਂ ਮੈਡੀਸਨ ਤਿਆਰ ਕੀਤੀਆਂ ਜਾਂਦੀਆਂ ਹੈਗੀਆਂ। ਸੋ ਬਹੁਤ ਘੱਟ ਰੇਟ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਲੋਕ ਇੱਥੋਂ ਇਲਾਜ ਕਰਵਾ ਰਹੇ ਆ ਤੇ ਲੋਕ ਇੱਥੋਂ ਕਾਫੀ ਖੁਸ਼ ਵੀ ਦਿਖਾਈ ਦੇ ਰਹੇ ਆ। ਹੁਣ ਅਸੀਂ ਇੱਥੇ ਵੈਦ ਜੀ ਵੀ ਬੈਠੇ ਹੋਏ ਆ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਤੋਂ ਹੋਰ ਵੀ ਇਨਫੋਰਮੇਸ਼ਨ ਲਵਾਂਗੇ ਤਾਂ ਜੋ ਕਿ ਜਿਹੜੇ ਹੋਰ ਸਾਡੇ ਦਰਸ਼ਕ ਹੈਗੇ ਆ, ਹੋਰ ਪੰਜਾਬ ਦੇ ਲੋਕ ਹੈਗੇ, ਉਹਨਾਂ ਦਾ ਵੀ ਹੋਰ ਫਾਇਦਾ ਹੋ ਸਕੇ। ਆਪਾਂ ਹੁਣ ਗੱਲ ਕਰਦੇ ਹਾਂ ਵੈਦ ਜੀ ਨਾਲ, ਆਓ ਚੱਲਦੇ ਹਾਂ। ਸੋ ਹੁਣ ਅਸੀਂ ਕਰਾਂਗੇ ਵੈਦ ਜੀ ਨਾਲ ਗੱਲਬਾਤ, ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਵੈਦ ਜੀ ਤੋਂ ਟਾਈਮ ਲੈ ਰਹੇ ਸੀ, ਪਰ ਇਹ ਬਿਜ਼ੀ ਹੋਣ ਕਰਕੇ ਸਾਨੂੰ ਸਮਾਂ ਨਹੀਂ ਮਿਲਿਆ। ਚਲੋ ਆਖਰ ਹੁਣ ਸਮਾਂ ਮਿਲਿਆ ਤੇ ਬੜੀ ਖੁਸ਼ੀ ਮਿਲੀ ਆ ਜਦੋਂ ਲੋਕ ਇੱਥੇ ਆ ਕੇ ਆਪਣਾ ਦੱਸ ਰਹੇ ਆ ਵੀ ਅਸੀਂ ਘੱਟ ਸਮੇਂ ਦੇ ਵਿੱਚ ਇਲਾਜ ਇੱਥੋਂ ਕਰਾ ਰਹੇ ਹਾਂ। ਵੈਦ ਜੀ ਬਹੁਤ ਵਧੀਆ ਸਾਨੂੰ ਇੱਥੇ ਆ ਕੇ ਲੱਗਾ, ਤੁਹਾਨੂੰ ਮਿਲ ਕੇ ਲੱਗਾ, ਕਿਉਂਕਿ ਵੱਡੀ ਗੱਲ ਇਹ ਆ ਜਦੋਂ ਲੋਕਾਂ ਨੂੰ ਅਸੀਂ ਮਿਲੇ ਆ ਤੇ ਲੋਕ ਬੜੇ ਖੁਸ਼ ਸੀ। ਕੋਈ ਤਾਂ ਇਹ ਕਹਿ ਰਿਹਾ ਸੀ ਕਿ ਮੇਰੇ ਫਾਦਰ ਸਾਹਿਬ ਦੇ ਗੋਡੇ ਪੈਣ ਵਾਲੇ ਸੀ, ਡਾਕਟਰਾਂ ਨੇ 3 ਲੱਖ ਮੰਗ ਲਿਆ। ਕੋਈ ਕਹਿ ਰਿਹਾ ਵੀ ਅਸੀਂ 1-1 ਸਾਲ ਦਵਾਈ ਖਾਧੀ ਆ। ਕੋਈ ਕਹਿੰਦਾ ਜੀ ਕਿਸੇ ਡਾਕਟਰ ਨੇ ਉਹਨਾਂ ਨੂੰ ਆਪਰੇਸ਼ਨ ਦਾ ਕਹਿਤਾ ਤੇ ਲੱਖਾਂ ਹੀ ਰੁਪਏ ਉਹਨਾਂ ਦੇ ਲੱਗ ਚੁੱਕੇ ਆ, ਪਰ ਆਰਾਮ ਨਹੀਂ ਮਿਲਿਆ। ਜਦੋਂ ਉਹ ਤੁਹਾਡੇ ਕੋਲ ਆਏ ਆ ਤੇ ਉਹ ਖੁਸ਼ੀ ਵੀ ਜ਼ਾਹਰ ਕੀਤੀ ਆ ਤੇ ਉਹ ਕਹਿੰਦੇ ਵੀ ਸਾਨੂੰ ਆਰਾਮ ਬੜਾ ਮਿਲ ਰਿਹਾ। ਮੇਰਾ ਸਵਾਲ ਇਹ ਹੈਗਾ ਵੀ ਕਿਹੜੀ ਜਾਦੂ ਦੀ ਛੜੀ ਆ ਤੁਹਾਡੇ ਕੋਲ, ਜਿੱਥੇ ਡਾਕਟਰ ਹਾਰ ਜਾਂਦੇ ਆ, ਜਿੱਥੇ ਡਾਕਟਰ ਕਹਿੰਦੇ ਵੀ ਤੁਹਾਡੇ ਤਾਂ ਅਸੀਂ ਗੋਡਿਆਂ ਦਾ ਆਪਰੇਸ਼ਨ ਕਰਾਂਗੇ 3 ਲੱਖ ਰੁਪਈਆ ਲਵਾਂਗੇ, ਦੂਜੇ ਪਾਸੇ ਡਾਕਟਰ ਕਹਿੰਦੇ ਆ ਵੀ ਤੁਹਾਡਾ ਅਸੀਂ ਢਿੱਡ ਦਾ ਆਪਰੇਸ਼ਨ ਕਰਾਂਗੇ 50,000 ਰੁਪਈਆ ਲਵਾਂਗੇ। ਇੱਕ ਪਾਸੇ ਲੋਕ ਚਮੜੀ ਦਾ ਇਲਾਜ ਕਰਵਾਉਣ ਜਾ ਰਿਹਾ, ਸਾਲ ਹੋ ਗਿਆ, ਪੈਸੇ ਲੱਗੀ ਜਾਂਦੇ ਆ, ਆਰਾਮ ਨਹੀਂ ਆ ਰਿਹਾ। ਪਰ ਤੁਹਾਡੇ ਕੋਲ ਆ ਕੇ ਉਹ ਕਹਿੰਦੇ ਕੋਈ 1 ਹਫ਼ਤੇ ਠੀਕ ਹੋ ਰਿਹਾ, ਕੋਈ 10 ਦਿਨਾਂ 'ਚ ਠੀਕ ਹੋ ਰਿਹਾ। ਇਹ ਸਾਰਾ ਕਿਸ ਤਰ੍ਹਾਂ ਇਲਾਜ ਕਰ ਰਹੇ ਹੋ ਤੁਸੀਂ? ਇਹ ਹੈਰਾਨੀ ਹੁੰਦੀ ਆ ਸੁਣ ਕੇ, ਹੈ ਨਾ, ਸਭ ਨੂੰ। ਇਹ ਹੈਰਾਨੀ ਵਾਲੀ ਕੋਈ ਗੱਲ ਨਹੀਂ, ਇਹ ਆਯੁਰਵੇਦ ਦਾ ਜਾਦੂ ਆ, ਆਯੁਰਵੇਦ ਦਾ ਚਮਤਕਾਰ ਆ, ਜਿਹੜੇ ਇੰਨੇ ਵਧੀਆ ਰਿਜ਼ਲਟ ਆਉਂਦੇ ਨੇ। ਫਿਰ ਉਹ ਤੋਂ ਬਾਅਦ ਅਸੀਂ 20 ਸਾਲ ਦਾ ਜਿਹੜਾ ਸਾਡਾ ਤਜਰਬਾ, ਉਹਦੇ ਤੇ ਅਸੀਂ ਮਿਹਨਤ ਕੀਤੀ ਆ, ਰਿਸਰਚ ਕੀਤੀ ਆ, ਉਸ ਚੀਜ਼ ਨੂੰ ਲੈ ਕੇ ਅਸੀਂ, ਕਿਉਂਕਿ ਦਵਾਈਆਂ ਅਸੀਂ ਆਪ ਤਿਆਰ ਕਰਦੇ ਆ ਤੇ ਨਾਲ ਫਿਰ ਰਿਜ਼ਲਟ ਆਉਣਾ ਹੀ ਆਉਣਾ। ਜਦੋਂ ਅਸੀਂ ਦਵਾਈ ਦੇ ਵਿੱਚ ਪੂਰੀਆਂ ਭਸਮਾਂ, ਜੋ ਵੀ ਚੀਜ਼ ਪੈਣ ਵਾਲੀਆਂ ਜੜੀਆਂ ਬੂਟੀਆਂ ਦੇਖ ਕੇ ਪਰਖ ਕੇ, ਕੁਝ ਜੜੀਆਂ ਬੂਟੀਆਂ ਤਾਂ ਅਸੀਂ ਤਾਜ਼ੀਆਂ ਆਪ ਲਿਆ ਕੇ ਸੁਕਾ ਕੇ ਤਿਆਰ ਕਰਦੇ ਹਾਂ ਦਵਾਈਆਂ। ਭੈ ਜੀ ਮੈਨੂੰ ਇਹ ਦੱਸੋ, ਜਿਵੇਂ ਕੋਈ ਹਸਪੀਟਲ ਜਾਂਦਾ ਉੱਥੇ ਤਾਂ ਹਰ ਤਰ੍ਹਾਂ ਦੇ ਇਲਾਜ ਹੁੰਦੇ ਹਨ, ਜਿਹੜੇ ਲੋਕ ਇੱਥੇ ਆਉਂਦੇ ਹੈਗੇ ਆ, ਕਿਉਂਕਿ ਮੈਂ ਆਪਣੇ ਦਰਸ਼ਕਾਂ ਨੂੰ ਫੇਰ ਦੱਸਦਾ ਵੀ ਅਸੀਂ ਸਰਹੰਦ ਸ਼ਹਿਰ ਦੇ ਸਾਨੀਪੁਰ ਰੋਡ ਤੇ ਬੈਠੇ ਹੈਗੇ ਆ। ਜਿਹੜੇ ਲੋਕ ਇੱਥੇ ਆਉਂਦੇ ਹੈਗੇ ਆ ਉਹਨਾਂ ਦੇ ਵਿੱਚ ਤੁਸੀਂ ਕਿਹੜਾ ਇਲਾਜ ਕਰਦੇ ਹੋ? ਕੀ ਇੱਥੇ ਇਲਾਜ ਕਰਾ ਸਕਦੇ ਲੋਕ ਆ ਕੇ? ਇੱਥੇ ਇਲਾਜ ਦੇਖੋ, ਆਯੁਰਵੇਦ ਆ ਜਿਹੜੀ 5000 ਸਾਲ ਤੋਂ ਚੱਲੀ ਆ ਰਹੀ ਹੈ ਵਿਧੀ। ਜਿਹੜੀ ਤੁਸੀਂ ਗੱਲ ਕਰਦੇ ਹੋ ਹਸਪੀਟਲਾਂ ਦੀ, ਹਸਪੀਟਲ ਤਾਂ ਹੁਣ ਚੱਲੇ ਆ 100 ਸਾਲ ਤੋਂ 150 ਸਾਲ ਤੋਂ ਚੱਲੇ ਹੋਣਗੇ। ਆਯੁਰਵੇਦ 5000 ਸਾਲ ਤੋਂ ਆ। ਕੀ ਪਹਿਲਾਂ ਲੋਕ ਇਲਾਜ ਨਹੀਂ ਸੀ ਕਰਾਉਂਦੇ? ਨਾਲੇ ਕੋਈ ਸਾਈਡ ਇਫੈਕਟ ਨਹੀਂ ਸੀਗਾ। ਇਸ ਕਰਕੇ ਆਯੁਰਵੇਦ 'ਚ ਹਰ ਬਿਮਾਰੀ ਦਾ ਇਲਾਜ ਆ। ਪੇਟ ਦੇ ਰੋਗਾਂ ਦਾ, ਕਿਸੇ ਨੂੰ ਮਾਈਗ੍ਰੇਨ ਆ, ਸ਼ੂਗਰ ਆ, ਟੀਵੀ ਆ, ਥਾਇਰਾਇਡ ਦਾ ਇਲਾਜ ਆ, ਕੋਈ ਗੋਡਿਆਂ ਦਾ ਦਰਦ ਆ, ਜੋੜਾਂ ਦਾ ਦਰਦ ਆ, ਗਠੀਆ, ਅਧਰੰਗ ਆ। ਇਹ ਕਿਉਂਕਿ ਬਾਤ ਪਿੱਤ ਕਫ ਦੇ ਅਕੋਰਡਿੰਗ ਅਸੀਂ ਦੇਖ ਕੇ ਇਲਾਜ ਕਰਨਾ। ਕੋਈ ਵੀ ਬਿਮਾਰੀ ਆ ਸਰੀਰ ਦੀ ਆਯੁਰਵੇਦ ਤੋਂ ਬਾਹਰ ਨਹੀਂ ਹੈ। ਆਯੁਰਵੇਦ ਦਾ ਮਤਲਬ ਇਹ ਆ ਸਾਇੰਸ ਆਫ ਲਾਈਫ। ਪਰ ਵੈ ਜੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ, ਪਰ ਇੱਕ ਗੱਲ ਹੋਰ ਆ, ਤੁਸੀਂ ਸੋਸ਼ਲ ਮੀਡੀਆ ਦੇ ਸਾਰੇ ਚੈਨਲ ਖੋਲ ਕੇ ਚੈੱਕ ਕਰ ਲਓ, ਕਈ ਲੋਕ ਆਪਣੇ ਆਪ ਨੂੰ ਵੈਦ ਕਹਿ ਰਹੇ ਆ ਪਰ ਉਹ ਫੁੱਲੀ ਟ੍ਰੇਨਡ ਨਹੀਂ ਹੁੰਦੇ। ਉਹ ਦਾਅਵੇ ਕਰੀ ਜਾਂਦੇ ਆ ਤੁਸੀਂ ਅੱਜ ਆਓ ਜੀ, ਸਵੇਰੇ ਪੱਥਰੀ ਸਾਡੇ ਗੁਰਦੇ 'ਚੋਂ ਨਿਕਲ ਜੂਗੀ, ਸਵੇਰੇ ਹੀ ਸਾਡੇ ਪਿੱਤੇ 'ਚੋਂ ਪੱਥਰੀ ਨਿਕਲ ਜੂਗੀ, ਤੁਸੀਂ ਜਿੱਥੋਂ ਵੀ ਫੇਲ ਹੋ ਕੇ ਆ ਜਾਓ, ਤੁਸੀਂ ਸਾਡੇ ਕੋਲ ਰਾਤ ਨੂੰ ਦਵਾਈ ਖਾਓ ਤੇ ਸਵੇਰੇ ਸਾਡਾ ਲੀਵਰ ਠੀਕ ਹੋ ਜੂ। ਆਯੁਰਵੈਦਿਕ ਵਾਲੇ ਵੈਦ ਵੀ ਕਈ ਇਹ ਗੱਲਾਂ ਦੇ ਦਾਅਵੇ ਕਰ ਰਹੇ ਆ, ਪਰ ਉਹ ਦਾਅਵੇ ਠੀਕ ਲੱਗਦੇ ਤੁਹਾਨੂੰ? ਦੇਖੋ, ਇਦਾਂ ਦੇ ਜਿਹੜੇ ਦਾਅਵੇ ਨੇ ਵੀ ਹੁਣ ਦਵਾਈ ਖਾ ਲਓ ਸਵੇਰੇ ਪੱਥਰੀ ਨਿਕਲ ਜੂਗੀ, ਜੇ ਤੁਸੀਂ ਕੋਈ ਇੰਨਾ ਤੇਜ਼ ਡਿਊਰੈਟਿਕ ਦੇ ਦੋਗੇ ਜਿਹੜਾ ਕਿਡਨੀ 'ਚ ਜਾ ਕੇ ਬਹੁਤ ਤੁਹਾਨੂੰ ਡਿਊਰੈਟਿਕ ਹੋਊਗਾ। ਡਿਊਰੈਟਿਕ ਕਹਿੰਦੇ ਨੇ ਜਿਹਦੇ ਨਾਲ ਮੂਤਰ ਜਲਾਵ ਆਯੁਰਵੇਦ 'ਚ ਇਹਨੂੰ ਕਿਹਾ ਜਾਂਦਾ, ਪਿਸ਼ਾਬ ਵੱਧਦਾ ਜਾਣਾ, ਉਹ ਤੁਹਾਨੂੰ ਕਿਡਨੀ ਤੇ ਅਸਰ ਕਰੂਗੀ। ਉਹ ਕਰੂਗੀ ਕਿਉਂਕਿ ਅਸੀਂ ਵੀ ਪੱਥਰੀ ਕੱਢਦੇ ਹਾਂ, ਪੱਥਰੀ ਦੀ ਦਵਾਈ ਦਿੰਦੇ ਹਾਂ, ਹਫ਼ਤਾ ਲੱਗ ਜਾਂਦਾ ਪੱਥਰੀ ਨਿਕਲਣ ਨੂੰ। ਇਹ ਜਿਹੜੇ ਰਾਤੋਂ ਰਾਤ ਵਾਲੇ ਦਾਅਵੇ ਨੇ ਉਹ ਫੇਕ ਨੇ, ਉਹਨਾਂ ਤੋਂ ਬਚਣਾ ਵੀ ਸਾਨੂੰ ਚਾਹੀਦਾ।
ਜਿਵੇਂ ਤੁਸੀਂ ਪੇਟ ਦੀਆਂ ਬਿਮਾਰੀਆਂ ਦੀ ਗੱਲ ਕੀਤੀ ਹੈ, ਇੱਥੇ ਇੱਕ ਨੌਜਵਾਨ ਵੀਰ ਨਾਲ ਗੱਲ ਕੀਤੀ, ਉਹ ਵੀ ਕਹਿ ਰਿਹਾ ਸੀ ਵੀ ਮੈਨੂੰ ਆਪਰੇਸ਼ਨ ਕਰਾਉਣਾ ਪੈਣਾ ਸੀ, ਜਿਵੇਂ ਤੁਹਾਡੇ ਕੋਲ ਵੈਦ ਜੀ ਕੋਲ ਨਾ ਆਉਂਦਾ, ਜਿਵੇਂ ਪੇਟ ਦੇ ਵਿੱਚ ਭਾਰੀ ਭਾਰੀ ਪੈ ਜਾਣਾ, ਜਾਂ ਪੇਟ ਦੇ ਵਿੱਚ ਤੇਜ਼ਾਬ ਬਣ ਜਾਣਾ, ਜਾਂ ਪੇਟ ਦੇ ਵਿੱਚ ਗੈਸ ਬਣਨੀ, ਜਾਂ ਜਿਵੇਂ ਖਾਣਾ ਖਾਣ ਤੋਂ ਮਗਰੋਂ ਉਲਟੀ ਆਉਣ ਨੂੰ ਲੱਗਣਾ, ਜਿਹੜੀਆਂ ਇਹੋ ਜਿਹੀਆਂ ਪ੍ਰੋਬਲਮਸ ਪੇਟ ਦੇ ਵਿੱਚ ਹੁੰਦੀਆਂ, ਇਹ ਕਿਹੜੀ ਬਿਮਾਰੀ ਹੁੰਦੀ ਹੈ ਤੇ ਇਹਨੂੰ ਕਿੱਦਾਂ ਠੀਕ ਕੀਤਾ ਜਾ ਸਕਦਾ? ਪੇਟ ਦੀਆਂ ਜਿਹੜੀਆਂ ਮੇਨ ਬਿਮਾਰੀਆਂ ਨੇ, ਪੇਟ ਦੀਆਂ ਬਿਮਾਰੀਆਂ ਨੇ ਐਸਿਡਿਟੀ, ਹਾਈਪਰ ਐਸਿਡਿਟੀ, IBS, ਇਰੀਟੇਬਲ ਬਾਉਲ ਸਿੰਡਰਮਸ, ਅਲਸਰ ਕੋਲਾਈਟਿਸ, ਅਲਸਰੇਟਿਵ ਕੋਲਾਈਟਿਸ ਹੋ ਜਾਂਦੇ ਨੇ, ਅੰਤੜੀਆਂ 'ਚ ਜ਼ਖਮ ਹੋ ਜਾਂਦੇ ਨੇ। ਇਹ ਸਾਰੀਆਂ ਬਿਮਾਰੀਆਂ ਉਹ ਫਿਰ ਡਾਇਗਨੋਜ਼ ਕਰਨਾ ਵੈਦ ਨੇ ਵੀ ਕੀ ਬਿਮਾਰੀ ਆ, ਕੀ ਸਮੱਸਿਆ, ਉਹਦਾ ਕੀ ਇਲਾਜ ਹੋਣਾ ਚਾਹੀਦਾ। ਉਹ ਪਤਾ ਕਿਵੇਂ ਲੱਗੂਗਾ? ਜਦੋਂ ਅਸੀਂ ਬਾਤ, ਪਿੱਤ, ਕਫ, ਨਬਜ ਦੇਖ ਕੇ ਉਹਨੂੰ ਵਾਚਾਂਗੇ, ਦੇਖਾਂਗੇ ਵੀ ਕੀ ਸਮੱਸਿਆ। ਫਿਰ ਮਰੀਜ਼ ਨੇ ਤਾਂ ਆ ਕੇ ਤੁਹਾਨੂੰ ਸ਼ਿਕਾਇਤ ਦੱਸ ਦੇਣੀ ਆ ਵੀ ਮੈਨੂੰ ਘਬਰਾਹਟ ਹੁੰਦੀ ਆ ਜੀ, ਮੈਨੂੰ ਖਾਣਾ ਖਾ ਕੇ ਭਾਰੀ ਭਾਰੀ ਲੱਗਦਾ ਤੇ ਮੈਨੂੰ ਭੁੱਖ ਨਹੀਂ ਲੱਗਦੀ, ਜਾਂ ਬਹੁਤ ਬਲੋਟਿੰਗ ਹੋਈ ਜਾਂਦੀ ਆ, ਜਾਂ ਪੇਟ ਫੁੱਲਿਆ ਰਹਿੰਦਾ, ਜਾਂ ਥਕਾਵਟ ਹੁੰਦੀ ਆ। ਕਈ ਮਰੀਜ਼ਾਂ ਨੂੰ ਤਾਂ IBS ਨਾਲ ਇਸ ਲੈਵਲ ਦੀ ਪ੍ਰੋਬਲਮ ਹੋ ਜਾਂਦੀ ਆ, ਉਹ ਕਹਿੰਦਾ ਭਰਾਵਾ ਮੈਂ ਤਾਂ ਗਿਆ ਬਸ। ਉਹਨੂੰ ਇਦਾਂ ਲੱਗਦਾ ਵੀ ਬਸ ਗਿਆ ਯਾਰ, ਪਤਾ ਨਹੀਂ ਕੀ ਹੋ ਗਿਆ ਪੇਟ ਦੇ ਵਿੱਚ। ਖਾਣਾ ਖਾ ਕੇ ਜੋ ਬੈਠੂਗਾ ਉਹਨੂੰ ਇੱਕ ਗੈਸ ਆਉਂਦੀ ਆ ਜਿਹੜੀ ਦਿਮਾਗ ਤੇ ਅਟੈਕ ਕਰਨਾ ਸ਼ੁਰੂ ਕਰ ਦਿੰਦੀ ਆ। ਫਿਰ ਮਰੀਜ਼ ਦਰ-ਬਾ-ਦਰ ਭਟਕਦਾ ਰਹਿੰਦਾ, ਬਹੁਤ ਸਫ਼ਰ ਕਰਦਾ ਵੱਡੇ ਡਾਕਟਰਾਂ ਕੋਲ, ਵੱਡੇ ਹਸਪੀਟਲਾਂ ਕੋਲ। ਆਖਰ ਨੂੰ ਕੀ ਕਰਦੇ ਨੇ, ਉਹਨੂੰ ਨਾਲ ਇੱਕ ਦਿਮਾਗ ਦੀ ਕੋਈ ਦਵਾਈ ਲਾ ਲੈਂਦੇ ਨੇ ਵੀ ਤੈਨੂੰ ਥੋੜਾ ਡਿਪਰੈਸ਼ਨ ਹੋ। ਹੁਣ ਬੰਦੇ ਨੂੰ ਡਿਪਰੈਸ਼ਨ ਤਾਂ ਹੋਣਾ ਹੀ ਹੈ ਜਦੋਂ ਪੇਟ ਹੀ ਠੀਕ ਨਹੀਂ ਹੈ। ਉਹ ਖਾ ਕੇ ਤੰਗ ਹੋ ਜਾਣਾ, ਉਹਦਾ ਕਿਤੇ ਜਾਣ ਨੂੰ ਮਨ ਨਹੀਂ ਕਰਨਾ, ਉਹਨੂੰ ਇਹ ਲੱਗਦਾ ਵੀ ਪਤਾ ਨਹੀਂ ਮੈਨੂੰ ਕੀ ਹੋ ਗਿਆ। ਈਵਨ ਕਿ ਸਾਡੇ ਕੋਲ ਪੇਟ ਦੇ ਰੋਗੀ ਇਦਾਂ ਆਉਂਦੇ ਨੇ ਜਿਹੜੇ ਸੋਚਦੇ ਨੇ ਵੀ ਵੈਦ ਜੀ ਮੈਨੂੰ ਬਚਾ ਲਓ, ਨਹੀਂ ਮੈਂ ਸੁਸਾਈਡ ਕਰ ਲਾਂ। ਇਸ ਲੈਵਲ ਦੀ ਪੇਟ ਦੀ ਪ੍ਰੋਬਲਮ ਹੋ ਜਾਂਦੀ। ਕਿਸ ਤਰ੍ਹਾਂ ਇਲਾਜ ਕਰਦੇ ਹੋ? ਕਿੰਨੇ ਕੁ ਟਾਈਮ 'ਚ ਤੁਸੀਂ ਠੀਕ ਕਰ ਦਿੰਦੇ ਹੋ? ਦੇਖੋ ਜੀ, ਜਿਹੜਾ ਜਿੰਨਾ ਮਰਜ਼ੀ ਪ੍ਰੋਬਲਮ 'ਚ ਹੋਵੇ ਮਰੀਜ਼, ਜਿੰਨਾ ਮਰਜ਼ੀ ਤੰਗ ਹੁੰਦਾ ਪੇਟ ਵਾਲਾ, ਮਿਹਦੇ ਵਾਲਾ, ਲੀਵਰ ਵਾਲਾ, IBS ਵਾਲਾ, ਅਲਸਰ ਕੋਲਾਈਟਿਸ ਵਾਲਾ, ਹਫ਼ਤੇ ਬਾਅਦ ਮਰੀਜ਼ ਆ ਕੇ ਸਾਨੂੰ ਕਹਿੰਦਾ ਵੀ ਵੈਦ ਜੀ ਤੁਹਾਡਾ ਧੰਨਵਾਦ ਆ, ਮੈਂ ਬਚਾ ਲਿਆ। ਬਾਕੀ ਤੁਸੀਂ ਮਰੀਜ਼ ਨੂੰ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ, ਹਰ ਰੋਜ਼ ਸੈਂਕੜੇ ਮਰੀਜ਼ ਆਉਂਦੇ ਨੇ। ਤੁਸੀਂ ਕਦੇ ਵੀ ਆ ਕੇ 24 ਜਦੋਂ ਵੀ ਸਾਡੇ ਕੋਲੇ ਮਰੀਜ਼ ਨੇ, ਹਰ ਰੋਜ਼ ਮਰੀਜ਼ ਆਉਂਦੇ ਨੇ, ਜਿਹਨੂੰ ਮਰਜ਼ੀ ਮਰੀਜ਼ ਨੂੰ ਪੁੱਛ ਸਕਦੇ ਹੋ ਸਾਡੇ ਰਿਜ਼ਲਟ ਬਾਰੇ। ਕਿਉਂਕਿ ਅਸੀਂ 20 ਸਾਲ ਤੋਂ ਇਸੇ ਸ਼ਹਿਰ 'ਚ, ਮਹਾਰਾਜ ਦੀ ਕਿਰਪਾ ਨਾਲ ਸੰਗਤ ਇੰਨੀ ਆਉਂਦੀ ਹੈ ਵੀ ਪੰਜਾਬ ਦਾ ਕੋਈ ਬਿਰਲਾ ਹੀ ਪਿੰਡ ਹੋਊਗਾ ਵੀ ਜਿੱਥੋਂ ਮਰੀਜ਼ ਨਹੀਂ ਆਇਆ। ਜੇਕਰ ਆਪਾਂ ਥਾਇਰਾਇਡ ਦੀ ਗੱਲ ਕਰ ਲਈਏ ਨਾ, ਥਾਇਰਾਇਡ ਨੂੰ ਕਿੰਨੇ ਟਾਈਮ ਵੀ ਠੀਕ ਕਰ ਦਿੰਦੇ ਹੋ? ਥਾਇਰਾਇਡ ਵਾਲੇ ਮਰੀਜ਼ ਵੀ ਆਉਂਦੇ ਤੁਹਾਡੇ ਕੋਲ? ਹਾਂਜੀ, ਥਾਇਰਾਇਡ ਦੇ ਬਹੁਤ ਆਉਂਦੇ ਨੇ। ਥਾਇਰਾਇਡ ਦਾ ਜਿਹੜਾ ਇਲਾਜ ਆ ਉਹ ਅਸੀਂ ਹਰ 1.5 ਮਹੀਨੇ ਬਾਅਦ ਉਹਦਾ ਟੈਸਟ ਕਰਾਉਂਦੇ ਆ, T3, T4, TSH, ਉਸ ਲੈਵਲ ਨੂੰ ਮਾਪਦੇ ਰਹਿੰਦੇ ਆ। ਜੇ ਬੰਦਾ ਥਾਇਰੈਕਸਿਨ ਖਾਂਦਾ, 50 mg ਖਾਂਦਾ, 75 mg ਖਾਂਦਾ, 100 mg ਖਾਂਦਾ, ਉਹਨੂੰ ਅਸੀਂ ਫਿਰ ਟੈਸਟ ਕਰਵਾਉਂਦੇ ਆ, ਉਹਨੂੰ ਰਿਡਿਊਸ ਕਰਦੇ ਆ। ਥਾਇਰਾਇਡ ਦਾ ਜਿਹੜਾ ਇਲਾਜ ਆ ਸਾਡੇ ਕੋਲੇ ਥੋੜਾ ਲੰਬਾ ਚੱਲਦਾ, ਪਰ 1.5 ਮਹੀਨੇ 'ਚ ਉਹਦੀਆਂ ਰਿਪੋਰਟਸ ਸਹੀ ਆਉਣ ਲੱਗ ਜਾਂਦੀਆਂ ਨੇ। ਕਿਉਂਕਿ ਇਹ ਵੀ ਇੱਕ ਮਿਹਦੇ ਤੋਂ, ਲੀਵਰ ਤੋਂ ਚੱਲਦਾ ਰੋਗ। ਉਹਨੂੰ ਠੀਕ ਕਰਕੇ, ਹਾਰਮੋਨਸ ਇੰਬੈਲੈਂਸਿੰਗ ਆ ਉਹਨੂੰ ਠੀਕ ਕਰਕੇ, ਮਰੀਜ਼ ਦੀ ਤਾਂ ਉਮਰ ਉਹਨੂੰ ਦਵਾਈ ਖਾਣ ਦੀ ਲੋੜ ਨਹੀਂ। ਇੱਕ ਗੱਲ ਬੜੀ ਹੈਰਾਨੀ ਦੀ ਮੈਨੂੰ ਇੱਥੇ ਵੇਖਣ ਨੂੰ ਮਿਲੀ, ਜਿਹੜੇ ਯੰਗਸਟਰ ਮੁੰਡੇ ਕੁੜੀਆਂ ਉਹਨਾਂ ਨੂੰ ਜ਼ਿਆਦਾਤਰ ਇਹ ਹੁੰਦਾ ਵੀ ਆਪਾਂ ਪ੍ਰਾਈਵੇਟ ਹਸਪੀਟਲ ਦੇ ਚੱਲ ਜਾਈਏ ਜਾਂ ਆਪਾਂ ਕਲੀਨਿਕ ਦੇ ਵਿੱਚ ਚੱਲ ਜਾਈਏ, ਹੈ ਨਾ, ਵੀ ਉੱਥੇ ਛਾਈਆਂ ਜਾਂ ਹੋਰ ਇਲਾਜ ਛੇਤੀ ਹੋ ਜਾਂਦਾ। ਪਰ ਇੱਥੇ ਮੈਂ ਦੇਖ ਰਿਹਾ ਸਾਡੇ ਕੋਲ ਯੰਗਸਟਰ ਵੀ ਆ ਰਹੇ ਆ, ਬਜ਼ੁਰਗ ਵੀ ਆ ਰਹੇ, ਹਰ ਤਰ੍ਹਾਂ ਦਾ ਜਿਹੜਾ ਕਿ ਮਰੀਜ਼ ਸਾਡੇ ਕੋਲ ਆ ਰਿਹਾ। ਜਿਹੜੀ ਸਕਿਨ ਹੈਗੀ ਆ, ਇਹਨੂੰ ਕਿੱਦਾਂ ਤੁਸੀਂ ਇੰਨੀ ਜਲਦ ਠੀਕ ਕਰ ਰਹੇ ਹੋ? ਕਿਉਂਕਿ ਉਹ ਲੜਕੀ ਦਾ ਕਹਿਣਾ ਸੀ ਵੀ ਮੈਨੂੰ ਇੱਕ ਹਫ਼ਤੇ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ, ਤੇ ਉਸਨੇ 1 ਸਾਲ ਦਵਾਈ ਪਹਿਲਾਂ ਹੋਰ ਕਿਤੇ ਖਾਧੀ ਸੀਗੀ ਤੇ ਉਹਨੂੰ 0 ਪੈਸੇ ਦਾ ਇਲਾਜ ਨਹੀਂ ਹੋਇਆ ਉਹਦਾ। ਇਹ ਤਾਂ ਦੇਖੋ ਕਾਰਨ ਆ ਜਿਹੜੀ ਤੁਸੀਂ ਕੀਤੀ ਆ ਯੰਗਸਟਰ ਦੀ, ਜਾਂ ਨਵੇਂ ਜਿਹੜੇ ਸੰਗਤ ਆ, ਨੌਜਵਾਨ ਪੀੜ੍ਹੀ ਸਾਡੇ ਕੋਲੇ ਆ ਰਹੀ, ਉਹਦਾ ਇੱਕ ਕਾਰਨ ਆ ਵੀ ਅਸੀਂ ਸਾਇੰਟੀਫਿਕ ਢੰਗ ਨਾਲ ਡਾਇਗਨੋਸ ਕਰਕੇ ਅਗਲੇ ਦੀ ਸਮੱਸਿਆ ਦਾ ਸਮਾਧਾਨ ਦੇ ਨਾਲ ਅਗਲੇ ਨੂੰ ਦੱਸਦੇ ਆ ਵੀ ਤੇਰੀ ਆਹ ਪ੍ਰੋਬਲਮ ਆ। ਕਿਉਂਕਿ ਹੁਣ ਜੇ ਤੁਸੀਂ ਜਾਓਗੇ ਸਕਿਨ ਵਾਲੇ ਕੋਲ, ਕਿਸੇ ਕੋਲ ਵੀ, ਉਹਨੇ ਤੁਹਾਨੂੰ ਦੱਸਣਾ ਵੀ ਤੇਰੀ ਕੈਲਸ਼ੀਅਮ ਦੀ ਕਮੀ ਆ, ਆਇਰਨ ਦੀ ਕਮੀ ਆ। ਹੁੰਦਾ ਕੀ ਆ ਸਕਿਨ ਦੇ ਵਿੱਚ? ਮਿਹਦੇ ਤੋਂ ਹੀ ਇਹ ਵੀ ਰੋਗ ਆਉਂਦਾ। ਰਸ, ਰਕਤ, ਮਾਸ, ਮੇਦ, ਮੱਝਾਂ ਜਿਹੜੀਆਂ ਧਾਤੂਆਂ ਨੇ, ਜਿਹੜੀਆਂ ਪੋਸ਼ਣ ਕਰਦੀਆਂ ਨੇ, ਉਹੀ ਸਾਡੀ ਸਕਿਨ ਦਾ ਪੋਸ਼ਣ ਕਰਦੀਆਂ ਨੇ। ਸਕਿਨ ਚੋਂ ਵੀ ਕੈਲਸ਼ੀਅਮ ਘਟ ਜਾਂਦਾ, ਸਕਿਨ ਚੋਂ ਆਇਰਨ ਘਟ ਜਾਂਦਾ। ਤੁਸੀਂ ਲੱਖਾਂ ਰੁਪਏ ਦੇ ਕੈਲਸ਼ੀਅਮ ਆਇਰਨ ਖਾ ਲਓ, ਤੁਹਾਡੀ ਸਕਿਨ ਨਹੀਂ ਠੀਕ ਹੋਣੀ। ਕਾਰਨ ਕੀ ਆ? ਕਿਉਂਕਿ ਸਪਲਾਈ ਬੰਦ ਹੋ ਗਈ, ਲੀਵਰ ਤੋਂ ਉਸ ਚੀਜ਼ ਦੀ ਪ੍ਰੋਡਕਸ਼ਨ ਬੰਦ ਹੋ ਗਈ ਜਿਹੜੀ ਸਾਡੀ ਸਕਿਨ ਤੱਕ ਪਹੁੰਚਣੀ ਹੈ। ਪੰਜ ਭੌਤਿਕ ਸਰੀਰ ਆ, ਇਹਦੇ ਵਿੱਚ ਜਦੋਂ ਸਾਰੀਆਂ ਚੀਜ਼ਾਂ ਦੀ ਪੂਰਤੀ ਨਹੀਂ ਹੋਊਗੀ, ਲੀਵਰ ਸਾਰੀਆਂ ਚੀਜ਼ਾਂ ਨਹੀਂ ਬਣਾਊਗਾ, ਤਾਂ ਤੁਸੀਂ ਸਕਿਨ ਨਹੀਂ ਠੀਕ ਕਰ ਸਕਦੇ। ਸਾਡੇ ਕੋਲੇ 15 ਦਿਨ 'ਚ ਰਿਜ਼ਲਟ ਆ ਜਾਂਦਾ। ਕਈ ਵਾਰ ਤਾਂ ਲੀਵਰ ਦੇ ਵਿੱਚ ਵੀ ਪ੍ਰੋਬਲਮਸ ਆ ਜਾਂਦੀਆਂ, ਜਦੋਂ ਡਾਕਟਰ ਜਵਾਬ ਦੇ ਦਿੰਦੇ ਆ ਵੀ ਲੀਵਰ ਨਹੀਂ ਠੀਕ। ਕਈ ਵਾਰ ਕਹਿੰਦੇ ਵੀ ਤੇਰਾ ਲੀਵਰ ਤਾਂ ਵੀ ਚੇਂਜ ਹੀ ਕਰਨਾ ਪੈਣਾ। ਸੋ ਲੀਵਰ ਨੂੰ ਠੀਕ ਰੱਖਣ ਦੇ ਲਈ ਜਾਂ ਉਸ ਨੂੰ ਠੀਕ ਕਰਨ ਲਈ ਕੀ ਉਹਦਾ ਵੀ ਆਯੁਰਵੇਦ ਦੇ ਵਿੱਚ ਇਲਾਜ ਹੈਗਾ?
ਜੀ ਲੀਵਰ ਦਾ ਬਹੁਤ ਵਧੀਆ ਸਮਾਧਾਨ ਆ ਸਾਡੇ ਕੋਲੇ। ਲੀਵਰ ਦੀਆਂ ਜਿਵੇਂ ਸਮੱਸਿਆ ਹੁੰਦੀਆਂ ਨੇ, ਜੌਂਡਿਸ ਹੋ ਗਿਆ, ਐਸਜੀਓਟੀ ਪੀਟੀ ਵਧਣਾ, ਐਲਐਫਟੀ 'ਚ ਪਹਿਲਾਂ ਪ੍ਰੋਬਲਮ ਆ ਜਾਂਦੀ ਹੈ, ਫਿਰ ਅਲਟਰਾਸਾਊਂਡ ਕਰਾਉਂਦੇ ਆ ਆਪਾਂ, ਮਿਹਦੇ 'ਚ ਸੋਜ ਆ ਜਾਂਦੀ ਆ, ਲੀਵਰ 'ਚ ਸੋਜ ਆ ਜਾਂਦੀ ਆ, ਜਾਂ ਲੀਵਰ ਸੋਰਾਇਸਿਸ ਹੋ ਜਾਂਦਾ, ਫਾਈਬਰੋ ਟੈਸਟ 'ਚ ਪਤਾ ਲੱਗਦੀਆਂ ਨੇ ਇਹਨਾਂ ਬਿਮਾਰੀਆਂ ਦਾ। ਸਭ ਤੋਂ ਵੱਡੀ ਗੱਲ ਆ ਜਿਹੜੀ ਲੀਵਰ ਦਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਈ ਵਾਰੀ ਵੀ ਮੈਨੂੰ ਲੀਵਰ ਦੀ ਸਮੱਸਿਆ, ਉਹ ਦਵਾਈਆਂ ਖਾਈ ਜਾਂਦਾ ਵੀ ਮੈਨੂੰ ਗੈਸ ਬਣਦੀ ਆ, ਮੈਨੂੰ ਇਦਾਂ ਸਮੱਸਿਆ ਹੁੰਦੀ ਆ ਲੀਵਰ 'ਚ। ਜਦੋਂ ਉਹ ਫਿਰ ਲੀਵਰ ਦਾ ਆ ਕੇ ਅਸੀਂ ਨਬਜ਼ ਦੇਖ ਕੇ ਬੰਦੇ ਨੂੰ ਦੱਸਦੇ ਆ ਵੀ ਤੇਰੇ ਲੀਵਰ ਦੇ ਵਿੱਚ ਆਹ ਏ। ਹੁਣ ਆਮ ਤੁਸੀਂ ਸੁਣਿਆ ਹੋਣਾ ਵੈਦਾਂ ਕੋਲੇ ਜਾਂਦਾ ਆਮ ਬੰਦੇ ਕੋਲ, ਕਿਸੇ ਕੋਲ ਵੀ, ਉਹਨਾਂ ਨੇ ਕੀ ਕਹਿਣਾ ਵੀ ਤੇਰੇ ਮਿਹਦੇ 'ਚ ਗਰਮੀ ਪਈ ਵੀ ਆ। ਹੁਣ ਗਰਮੀ ਦਾ ਪਤਾ ਨਹੀਂ ਮੈਨੂੰ ਤਾਂ ਮੇਜਰਮੈਂਟ ਕੀ ਆ ਇਹਨਾਂ ਲੋਕਾਂ ਕੋਲੇ, ਹਰੇਕ ਨੂੰ ਗਰਮੀ ਕਹਿ ਦੇਣੀ ਆ ਵੀ ਤੇਰੇ ਮਿਹਦੇ 'ਚ ਗਰਮੀ ਆ, ਤੇਰੇ ਪਿੱਤੇ 'ਚ ਗਰਮੀ ਆ। ਜਦੋਂ ਕਿ ਜਿਹੜੀ ਸਾਡੀ ਜਠਰਗਨੀ ਆ, ਜੋ ਅਸੀਂ ਇੱਥੇ ਡਾਇਗਨੋਸ ਬਣਾਇਆ 20 ਸਾਲ ਦੇ ਵਿੱਚ, ਅਸੀਂ ਇਸ ਚੀਜ਼ ਨੂੰ ਸੋਧ ਕੇ ਇੱਕ ਲੈਵਲ ਤੇ ਲੈ ਕੇ ਆਏ ਆ ਲੀਵਰ ਮਿਹਦੇ ਨੂੰ ਖਾਸ ਕਰਕੇ, ਤਾਂ ਸਾਨੂੰ ਪਤਾ ਲੱਗਦਾ ਵੀ 100 ਚੋਂ 70 ਲੋਕਾਂ ਦੀ ਜਠਰਗਨੀ ਡਾਊਨ ਹੋ ਜਾਂਦੀ ਹੈ, ਜਿਹਨੂੰ ਆਪਾਂ ਪਿੱਤ ਦਾ ਘਟ ਜਾਣਾ। ਵਿਕ੍ਰਿਤੀ ਤਾਂ ਦੋਵੇਂ ਪਾਸੇ ਆ ਨਾ। ਜੇ ਹੁਣ ਤੁਸੀਂ ਸਾਗ ਬਣਾਉਣਾ ਜਾਂ ਦਾਲ ਬਣਾਉਣੀ ਆ, ਜੇ ਉਹਦੇ 'ਚ ਤੁਸੀਂ ਅੱਗ ਵਧਾਤੀ ਤਾਂ ਉਹ ਥੱਲੇ ਲੱਗ ਜੂਗੀ, ਜੇ ਅੱਗ ਘੱਟ ਹੋਊਗੀ ਤਾਂ ਉਹ ਤਾਂ ਵੀ ਨਹੀਂ ਬਣਨਾ। ਪਦਾਰਥ ਨੂੰ, ਹਰੇਕ ਪਦਾਰਥ ਨੂੰ ਬਣਾਉਣ ਵਾਸਤੇ ਜਿੰਨਾ ਸੇਕ ਚਾਹੀਦਾ ਓਨਾ ਸੇਕ ਹੋਣਾ ਚਾਹੀਦਾ ਨਾ ਸਾਡੇ ਕੋਲੇ, ਓਨੀ ਅੱਗ ਨਹੀਂ ਚਾਹੀਦੀ ਆ। ਜੇ ਹੁਣ ਅਸੀਂ ਮਿਹਦੇ ਦੇ ਵਿੱਚ ਗਰਮੀ ਦਾ ਇਲਾਜ ਕਰੀ ਜਾਵਾਂਗੇ ਵੀ ਤੇਰੇ ਗਰਮੀ ਪੈ ਗਈ, ਹਰੇਕ ਨੂੰ ਗਰਮੀ ਕਹਿ ਦਾਂਗੇ, ਉਹਦੀ ਜਠਰਗਨੀ ਅਸੀਂ ਡਾਊਨ ਕਰ ਦਾਂਗੇ, ਜੋ ਅਸੀਂ ਖਾਂਦੇ ਆ ਤਾਂ ਉਹ ਤੋਂ ਰਸ, ਰਕਤ, ਮਾਸ, ਮੇਦ, ਮੱਝਾ ਉਹ ਬਣਨਾ ਨਹੀਂ, ਕਿਉਂਕਿ ਜਠਰਗਨੀ ਡਾਊਨ ਹੋ ਚੁੱਕੀ ਹੈ। ਹੁਣ ਵਹਿਮ ਹੋ ਜਾਂਦਾ ਵੀ ਮੈਨੂੰ ਆਮਲੇ, ਕੋਈ ਲੋਕ ਗਰਮੀ ਦੇ ਵਹਿਮ ਦੇ ਵਿੱਚ ਕੋਈ ਆਮਲੇ ਦਾ ਮੁਰੱਬਾ ਖਾਈ ਜਾਂਦਾ, ਕੋਈ ਬੀ ਦਾਣਾ ਖਾਈ ਜਾਂਦਾ, ਠੰਡੀਆਂ ਦਵਾਈਆਂ ਤਮਾਮ ਨੇ ਜਿੰਨੀਆਂ, ਕੋਈ ਖਮੀਰਾ ਖਾ ਲਿਆ, ਮਰਵਾਰੀਦ ਖਾ ਲਿਆ, ਗੂੰਦ ਕਤੀਰਾ ਖਾ ਲਿਆ, ਉਹ ਜਠਰਗਨੀ ਹੋਰ ਡਾਊਨ ਹੋ ਜਾਂਦੀ ਆ, ਬੰਦਾ ਹੋਰ ਸਰੀਰ ਡਾਊਨ ਹੋਣ ਲੱਗ ਜਾਂਦਾ, ਪੇਟ ਭਾਰੀ ਹੋਣ ਲੱਗ ਜਾਂਦਾ। ਇਸ ਕਰਕੇ ਜਿੰਨੀ ਦੇਰ ਨਬਜ਼ ਦੇਖ ਕੇ ਸਭ ਤੋਂ ਪਹਿਲਾਂ ਬਾਤ, ਪਿੱਤ, ਕਫ, ਇਹ ਤਿੰਨਾਂ ਦਾ ਨਹੀਂ ਪਤਾ ਲੱਗਦਾ ਵੀ ਕਿਹੜੀ ਇੰਬੈਲੈਂਸਿੰਗ ਆ, ਉਨੀ ਦੇਰ ਇਲਾਜ ਨਹੀਂ ਹੋ ਸਕਦਾ। ਉਨੀ ਦੇਰ ਭੁੱਲ ਜਾਓ ਤੁਸੀਂ ਵੀ ਇਲਾਜ ਹੋ ਜਾਊਗਾ। ਪਰ ਬੈਦ ਜੀ ਇੱਕ ਬੜੀ ਹੈਰਾਨੀ ਵਾਲੀ ਗੱਲ ਆ, ਸਾਡੇ ਬਜ਼ੁਰਗ ਕਹਿੰਦੇ ਵੀ ਜਿਹੜੇ ਵੈਦ ਹੁੰਦੇ ਆ, ਦੇਸੀ ਦਵਾਖਾਨੇ, ਉਹ ਆਪਣੇ ਆਪ ਦਵਾਈਆਂ ਬਣਾਉਂਦੇ ਆ, ਬੜੀ ਮਿਹਨਤ ਕਰਨੀ ਪੈਂਦੀ ਆ ਤੇ ਉਹ ਦਵਾਈਆਂ ਦਾ ਇਲਾਜ ਹੁੰਦਾ। ਸੋ ਜਦੋਂ ਹੁਣ ਆਪਾਂ ਅਕਸਰ ਦੇਖਦੇ ਆ ਕਿਸੇ ਵੈਦ ਦੇ ਕੋਲ ਜਾਂਦੇ ਆ, ਉਹਨਾਂ ਦੇ ਕੋਲ ਪਿੱਛੇ 15, 20, 25, 50 ਡੱਬੇ ਪਏ ਹੁੰਦੇ, ਡੱਬਿਆਂ ਦਵਾਈਆਂ ਪਾਈਆਂ ਹੁੰਦੀਆਂ, ਉੱਤੇ ਲਿਖਿਆ ਹੁੰਦਾ ਧਾਤ, ਕਿਤੇ ਲਿਖਿਆ ਹੁੰਦਾ ਲੀਵਰ, ਕਿਤੇ ਲਿਖਿਆ ਹੁੰਦਾ ਜੋੜਾਂ ਦਾ ਦਰਦ। ਪਰ ਤੁਹਾਡੇ ਕੋਲ ਤਾਂ ਦਵਾਈਆਂ ਵੀ ਨਹੀਂ ਦਿਖਾਈ ਦੇ ਰਹੀਆਂ, ਕੋਈ ਡੱਬੇ ਨਹੀਂ ਦਿਖਾਈ ਦੇ ਰਹੇ, ਜੋ ਫਿਰ ਕਿਸ ਤਰ੍ਹਾਂ ਤੁਸੀਂ ਦਵਾਈ ਬਣਾਉਂਦੇ ਹੋ? ਦਵਾਈਆਂ ਵੀ ਤੁਹਾਨੂੰ ਦਿਖਾ ਦਿੰਦੇ ਆ, ਜੇ ਤੁਹਾਨੂੰ ਇੰਨਾ ਵਹਿਮ ਆ ਤਾਂ ਆਪਾਂ ਦਵਾਈਆਂ ਵੀ ਦਿਖਾ ਦਿੰਦੇ ਆ ਵੀ ਅਸੀਂ ਆਪ ਤਿਆਰ ਕਰਦੇ ਆ। ਇਹ ਜਿਹੜੇ ਡੱਬਿਆਂ 'ਚ ਪਾ ਕੇ ਰੱਖਣ ਵਾਲੀ ਗੱਲ ਆ ਨਾ ਵੀ ਆਹ ਦਵਾਈ ਪਈ ਆ ਜੀ, ਉਹ ਪਈ ਆ, ਉਹ ਤਾਂ ਕਿਤੋਂ ਲਿਆਂਦੀ, ਕਿਲੋ ਕੋਈ ਚੀਜ਼ ਕਿਤੋਂ ਲਿਆਂਦੀ, ਕਿਤੋਂ ਫਿਰ ਡੱਬੇ ਭਰ ਕੇ ਸਿਰਫ ਲੋਕਾਂ ਨੂੰ, ਇਹ ਤਾਂ ਸਿਰਫ ਲੋਕਾਂ ਨੂੰ ਵਸ 'ਚ ਕਰਨ ਵਾਸਤੇ ਵੀ ਸਾਡੇ ਕੋਲ ਆ ਦਵਾਈਆਂ ਪਈਆਂ ਨੇ। ਅੱਜ ਵੀ ਉਨੀ ਮਿਹਨਤ ਹੁੰਦੀ ਹੈ, ਇੱਕ ਮਹੀਨਾ, 2 ਮਹੀਨੇ, 3 ਮਹੀਨੇ ਲੱਗਦੇ ਨੇ ਦਵਾਈ ਬਣਨ ਨੂੰ। ਹਾਂ, ਆਜੋ ਤੁਹਾਨੂੰ ਦਿਖਾਉਂਦੇ ਆ। ਤੁਸੀਂ ਦਵਾਈ ਆਪ ਬਣਾਉਂਦੇ ਹੋ? ਬਿਲਕੁਲ, ਤੁਹਾਨੂੰ ਦਿਖਾ ਸਕਦੇ ਆ ਅਸੀਂ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ, ਅਸੀਂ ਦਿਖਾ ਸਕਦੇ ਆ ਤੁਹਾਨੂੰ ਵੀ ਦਵਾਈਆਂ ਅਸੀਂ ਖੁਦ ਬਣਾਉਂਦੇ ਆ। ਦਿਖਾਓ ਜੀ ਕਿਸ ਵਿਧੀ ਨਾਲ ਬਣਾਉਂਦੇ ਤੁਸੀਂ, ਆਪਾਂ ਦੇਖ ਲੈਣੇ, ਨਾਲੇ ਦਰਸ਼ਕਾਂ ਨੂੰ ਦਿਖਾ ਦਿੰਦੇ ਆ ਜੇ ਤੁਸੀਂ ਕਹੋ ਤਾਂ। ਸਾਨੂੰ ਕਿਹੜਾ ਕੋਈ, ਅਸੀਂ ਕਿਹੜਾ ਕੋਈ ਉਹ ਆ ਉਹਲਾ ਚੋਰੀ ਆ। ਆਜੋ, ਤੇ ਇਹ ਵੀ ਤੁਹਾਨੂੰ ਦਿਖਾਉਣੇ ਆ। ਜਾਂ ਹੋਰ ਕਿਤੇ ਆਪਾਂ ਜਾਂਦੇ ਆ ਵੈਦਾਂ ਦੇ ਕੋਲ, ਦੇਸੀ ਦਵਾਖਾਨਿਆਂ ਕੋਲ, ਉਹਨਾਂ ਦੇ ਕੋਲ ਡੱਬੇ ਪਏ ਹੁੰਦੇ ਆ, ਲਿਖਿਆ ਹੁੰਦਾ ਧਾਤ, ਲਿਖਿਆ ਹੁੰਦਾ ਲੀਵਰ ਦੀ ਦਵਾਈ, ਲਿਖਿਆ ਹੁੰਦਾ ਗੋਡਿਆਂ ਦੀ ਦਵਾਈ, ਹਨਾ। ਤੇ ਇੱਥੇ ਇਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਵੈਦ ਜੀ ਵੱਲੋਂ ਵੀ ਅਸੀਂ ਇੱਥੇ ਆਪ ਤਿਆਰ ਕਰਦੇ ਆ। ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ, ਕਿਉਂਕਿ ਹਰ ਇੱਕ ਮਰੀਜ਼ ਨੂੰ ਪਤਾ ਹੋਣਾ ਚਾਹੀਦਾ ਉਹ ਜਿਹੜੀ ਦਵਾਈ ਖਾ ਰਿਹਾ ਕਿਸ ਤਰ੍ਹਾਂ ਬਣਦੀ ਹੈ ਤੇ ਕਿੰਨਾ ਕੋਈ ਸਾਈਡ ਇਫੈਕਟ ਤੇ ਨਹੀਂ ਹੁੰਦਾ। ਇਹ ਵੀ ਆਪਾਂ ਦੇਖਦੇ ਹਾਂ। ਆਓ ਵੈਦ ਜੀ ਦਿਖਾਓ ਫਿਰ ਸਾਨੂੰ ਤੁਸੀਂ ਜੀ। ਸੋ ਵਾਕਈ ਹੁਣ ਅਸੀਂ ਜਿਵੇਂ ਵੈਦ ਜੀ ਨੇ ਦੱਸਿਆ ਸੀ ਕਿ ਸਾਰਾ ਆਪਣੇ ਆਪ ਇਹ ਇੱਥੇ ਤਿਆਰ ਕਰਦੇ ਆ। ਇਸ ਤਰ੍ਹਾਂ ਲੱਗਦਾ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਦਵਾਖਾਨੇ ਹੁੰਦੇ ਸੀ, ਤਿਆਰ ਕੀਤਾ ਜਾਂਦਾ ਸੀ ਉੱਥੇ ਆ ਕੇ। ਵੈਦ ਜੀ ਇੱਧਰ ਆਓ ਤੁਸੀਂ। ਸੋ ਤੁਸੀਂ ਮੈਨੂੰ ਇਹ ਦੱਸੋ, ਜਿਹੜੀਆਂ ਆਹ ਢੇਰੀਆਂ ਲੱਗੀਆਂ ਹੋਈਆਂ, ਇਹ ਕੀ ਚੀਜ਼ ਹੈਗੀ? ਇਹ ਜੜੀਆਂ ਬੂਟੀਆਂ ਨੇ ਜੀ, ਜਿਵੇਂ ਤ੍ਰਿਫਲੇ ਤੋਂ ਲੈ ਕੇ ਸਵਰਨ ਭਸਮ, ਸੋਨਾ ਭਸਮ ਤੱਕ, ਕੁਸ਼ਤੇ ਸਾਰੇ, ਕੁਸ਼ਤਾ ਕਲੀ, ਕੁਸ਼ਤਾ ਸਿੱਕਾ, ਜਿੰਨੇ ਵੀ ਕੁਸ਼ਤੇ ਨੇ ਸਾਰੇ ਅਸੀਂ ਖੁਦ ਤਿਆਰ ਕਰਦੇ ਆ। ਇਹ ਤੋਂ ਸਮੈਲ ਬਹੁਤ ਸੋਹਣੀ ਆ ਰਹੀ, ਜਿਵੇਂ ਗੁਲਾਬ ਦੀ ਹੁੰਦੀ ਹੈ। ਇਹ ਗੁਲਾਬ ਆ ਜੀ, ਗੁਲਾਬ ਦੇ ਫੁੱਲ ਅਸੀਂ ਆਪ ਤੜਵਾ ਕੇ, ਬਲਕਿ ਅਸੀਂ ਖੇਤੀ ਨੂੰ ਵੀ ਪ੍ਰਮੋਟ ਕਰਦੇ ਆ, ਕਿਸਾਨ ਵੀਰਾਂ ਨੂੰ ਵੀ ਤੁਸੀਂ ਗੁਲਾਬ ਲਾਓ, ਜਿੰਨਾ ਮਰਜ਼ੀ ਸਾਨੂੰ ਦੇ ਜੋ, ਕਿਸੇ ਨੂੰ ਪਰਵਾਹ ਕਰਨ ਦੀ ਲੋੜ ਨਹੀਂ, ਸਾਡੇ ਨਾਲ ਰੇਟ ਸੈੱਟ ਕਰਕੇ ਜਿੰਨਾ ਮਰਜ਼ੀ ਤੁਹਾਨੂੰ ਦੇ ਸਕਦੇ ਨੇ। ਗੁਲਾਬ ਦੇ ਫੁੱਲ ਜਿੰਨੇ ਮਰਜ਼ੀ, ਗੁਲਾਬ ਦੇ ਫੁੱਲ ਹਾਂ ਸੁੱਕੇ ਅਸੀਂ ਖਰੀਦਦੇ ਆ, ਬਹੁਤ ਦੇ ਕੇ ਜਾਂਦੇ ਨੇ, ਅਸੀਂ ਆਮ ਕਿਸਾਨਾਂ ਤੋਂ ਖਰੀਦਦੇ ਆ ਅਸੀਂ। ਇੱਕ ਆ ਜਿਹੜੀ ਭੱਠੀ ਲੱਗੀ ਆ, ਵਿੱਚ ਪੱਤੇ ਰੱਖੇ ਹੋਏ ਆ, ਇਹਦੇ ਬਾਰੇ ਵੀ ਥੋੜਾ ਦੱਸਿਓ, ਕਿ ਕਿਸ ਤਰ੍ਹਾਂ ਤਿਆਰੀ ਹੁੰਦੀ ਹੈ? ਇਹ ਦੇਖੋ, ਗੁਦਾਂਤੀ ਭਸਮ ਦੀ ਤਿਆਰੀ ਅੱਜ ਕਰ ਰਹੇ ਨੇ ਆਚਾਰਿਆ ਜੀ। ਗੁਦਾਂਤੀ ਇਹ ਅੱਜ ਬਣਾਉਣ ਲੱਗੇ ਹੋ? ਅੱਜ ਗੁਦਾਂਤੀ ਦਾ ਅਸੀਂ ਪਾਇਆ ਘਾਣਾ,
ਜਿਹੜਾ ਕਿ ਬਹੁਤ ਉੱਤਮ ਵੈਦ ਜੀ ਬਾਰੇ ਇਹਦੇ ਦੱਸਣਗੇ, ਗੁਦਾਂਤੀ ਬਾਰੇ ਵੀ ਇਹ ਕੀ ਕੰਮ। ਇਹ ਗੁਦਾਂਤੀ ਹੈ ਜੀ, ਇਹ ਦਿਖਾਓ ਕਾਕਾ ਉਰੇ ਦਿਖਾਓ। ਇਹ ਦੇਖੋ, ਆਮ ਤੁਸੀਂ ਗੁਦਾਂਤੀ ਦੇਖੋਗੇ ਕਿਉਂਕਿ ਅਸੀਂ ਤਾਂ ਉਹ ਮੰਗਾਉਂਦੇ ਨਹੀਂ, ਬਹੁਤ ਇਹਨੂੰ ਸ਼ੀਸ਼ਾ ਗੁਦਾਂਤੀ ਕਿਹਾ ਜਾਂਦਾ ਆਯੁਰਵੇਦ ਦੇ ਵਿੱਚ। ਜਿਹੜੀ ਸਭ ਤੋਂ ਉੱਤਮ ਗੁਦਾਂਤੀ ਅਸੀਂ ਕੱਚੀ ਮੰਗਾਉਂਦੇ ਆ, ਫਿਰ ਇਹਦੀ ਭਸਮ ਬਣਾਉਂਦੇ ਆ। ਦੇਖੋ ਇਹਨੂੰ ਅੱਕ ਰੱਖ ਕੇ ਨਾ, ਅੱਕ ਦੀ ਭਾਵਨਾ, ਜਿਵੇਂ ਕਿਉਂਕਿ ਸਾਨੂੰ ਬਣਾਉਣੀ ਪੈਂਦੀ ਹੈ ਕੁਆਂਟਲਾਂ ਦੇ ਹਿਸਾਬ ਨਾਲ। ਹੁਣ ਅੱਜ ਵੀ ਇਹ 50 ਕਿਲੋ ਬਣਾਉਣਗੇ ਤਕਰੀਬਨ। ਅੱਕ ਦੇ ਪੱਤੇ ਹੇਠਾਂ ਲਾ ਕੇ ਪਾਥੀਆਂ ਦੀ ਅੱਗ ਦੇ ਦੇਣੀ ਆ, 14 ਘੰਟੇ ਬਾਅਦ ਇਹਨੂੰ ਕੱਢ ਲੈਣਾ, ਫਿਰ ਇਹਨੂੰ ਭਾਵਨਾ ਦੇਣੀ ਆ ਗਲੋ ਦੀ, ਤੁਲਸੀ ਦੀ। ਦੁਨੀਆ ਦਾ ਕੋਈ ਵੀ ਵਿਸ਼ਮ ਜਵਰ ਹੋਵੇ, ਕਿਸੇ ਤਰ੍ਹਾਂ ਦਾ ਬੁਖਾਰ ਹੋਵੇ, ਇਹ ਭਸਮ ਨਹੀਂ ਛੱਡਦੀ। ਇਹ ਕੀ ਚੀਜ਼ ਹੈ ਜੀ ਜਿਹੜਾ ਰੱਖਿਆ? ਇਹ ਜੜ ਮੂੰਗਾ ਜੀ, ਇਹ ਸਮੁੰਦਰ ਦੇ ਵਿੱਚ ਹੇਠਲੇ ਤਲ ਤੇ ਹੁੰਦੀ ਹੈ ਜੀ। ਇਹ ਜੜ ਮੂੰਗਾ, ਇਹਦੀ ਭਸਮ ਬਣਦੀ ਆ। ਇਹ ਅਕੀਕ ਆ ਜੀ, ਦੇਖੋ ਇਹਦੀ ਪਿਸਟੀ ਬਣਨੀ ਆ। ਦਿਲ ਦੇ ਵਿੱਚ ਕੋਈ ਵੀ ਪ੍ਰੋਬਲਮ ਆ, ਦਿਲ ਦੀ ਬਿਮਾਰੀ ਆ, ਬੀਪੀ ਵੱਧਦਾ, ਬੀਪੀ ਘਟਦਾ, ਜਿਹਨੇ ਆ ਭਸਮ ਸਾਡੀ ਕੀਤੀ ਹੋਈ ਤਿਆਰ 1 ਮਹੀਨਾ ਖਾ ਲਈ, ਮੁੜ ਕੇ ਦਿਲ ਦਾ ਰੋਗ ਨਹੀਂ ਲੱਗੂਗਾ ਬੰਦੇ ਨੂੰ। ਤੇ ਜਿਹੜੇ ਬੱਚੇ ਡਰਦੇ ਨੇ, ਪੜ੍ਹਾਈ 'ਚ ਕਮਜ਼ੋਰ ਨੇ, ਸਾਰਿਆਂ ਤੇ ਕੰਮ ਕਰਦੀ ਆ ਇਹ। ਤੇ ਵੈਦ ਜੀ ਜਿਵੇਂ ਆ ਮਸ਼ੀਨਾਂ ਆ, ਭੱਠੀ ਤੇ ਕੜਾਹੇ ਤੁਸੀਂ ਲਾਏ ਹੋਏ ਆ, ਇੱਧਰ ਵੀ ਹੈਗਾ, ਇਹ ਕਿਹੜੀਆਂ ਦਵਾਈਆਂ ਹੁੰਦੀਆਂ ਇਹ ਅਸੀਂ ਹੁਣ ਤਿਆਰ ਕਰ ਰਹੇ ਹਾਂ ਜੀ ਕੁਆਥ। ਇਹ ਕੁਆਥ ਤਿਆਰ ਕਰਕੇ ਇਹਦੀ ਅਸੀਂ ਭਾਵਨਾ ਦੇਣੀ ਆ ਸ਼ਿੰਗਰਫ ਨੂੰ ਭਾਵਨਾ ਦੇ ਕੇ ਕੁਛ ਤਾਂ ਮਰਦਾਨਾ ਤਾਕਤ ਲਈ ਉਹਦਾ ਤਿਆਰ ਹੋ ਜਾਣਾ। ਆ ਦੇਖੋ, ਸ਼ਿਲਾਜੀਤ ਤਿਆਰ ਹੋ ਰਹੀ ਆ, ਇਹ ਸ਼ਿਲਾਜੀਤ ਤਿਆਰ ਹੋ ਰਹੀ ਆ। ਇਹਦੇ ਸ਼ਿਲਾਜੀਤ ਜਿਹੜੀ ਅਸੀਂ ਬਣਾਉਂਦੇ ਆ ਸੂਰਿਆ ਤਾਪੀ ਕਹਿੰਦੇ ਨੇ ਵੀ ਸੂਰਜ ਜਿੰਨਾ ਸੇਕ ਚੀਜ਼ ਨੂੰ ਦੇ ਕੇ ਬਣਾਇਆ ਜਾਵੇ। ਸੂਰਿਆ ਤਾਪੀ ਸ਼ਿਲਾਜੀਤ ਇੱਕ ਐਸੀ ਚੀਜ਼ ਆ, ਮੈਂ ਸੰਗਤ ਨੂੰ ਦੱਸ ਵੀ ਦਿੰਦਾ ਵੀ ਇਹ ਤਰ ਗਰਮ ਆ, ਗਰਮ ਵੀ ਆ ਤੇ ਖੂਨ ਵੀ ਵਧਾਉਂਦੀ ਆ। ਦੁਨੀਆ ਤੇ ਕੋਈ ਐਸੀ ਚੀਜ਼ ਨਹੀਂ ਜਿਹੜੀ ਗਰਮ ਵੀ ਹੋਵੇ, ਸਰੀਰ ਨੂੰ ਸ਼ਕਤੀ ਵੀ ਦੇਵੇ ਤੇ ਖੂਨ ਵੀ ਵਧਾਵੇ। ਉਹ ਸਿਰਫ ਮਹਾਰਾਜ ਨੇ ਸ਼ਿਲਾਜੀਤ ਨੂੰ ਬਖਸ਼ਿਸ਼ ਕੀਤੀ ਆ। ਆ ਵੀ ਪੁਰਾਣੇ ਸਮਿਆਂ ਦੇ ਵਿੱਚ ਇਦਾਂ ਚਾਟੀਆਂ ਹੁੰਦੀਆਂ ਸੀ, ਦੱਬਦੇ ਵੀ ਸੀ, ਕਰਦੇ ਵੀ ਸੀ। ਇਹ ਸਾਰਾ ਉਹੀ ਜ਼ਮਾਨੇ ਦਾ ਤੁਸੀਂ ਭਸਮਾਂ ਜੀ, ਇਹ ਭਸਮਾਂ ਬਣਾ ਰਹੇ ਆ ਇਹ ਜੀ। ਤੁਸੀਂ ਵਿੱਚ ਪਾ ਕੇ ਬੰਦ ਕਰ ਰਹੇ ਹੋ ਇਹਨੂੰ? ਇਹ ਬੰਦ ਕਰਕੇ ਇਹਨੂੰ ਸੰਪਟ ਕਹਿੰਦੇ ਨੇ ਜੀ ਇਹਨੂੰ ਫਿਰ ਗਜਪੁੱਟ ਦੀ ਅੱਗ ਦੇਣੀ ਆ ਪਾਥੀਆਂ ਨਾਲ। ਫਿਰ ਇਹਨੂੰ ਸਵਾਂਗ ਸ਼ੀਤ ਹੋਣ ਤੇ, ਮਤਲਬ ਆਪਣੇ ਆਪ ਠੰਡਾ ਹੋਣ ਤੇ ਅਸੀਂ ਨੇ ਕੱਢ ਕੇ ਇਹਦੇ ਚੋਂ ਫਿਰ ਉਹਨੂੰ ਭਾਵਨਾਵਾਂ ਦੇਣੀਆਂ ਨੇ ਅੱਗੇ। ਇਹ ਇੱਕ ਆ ਵੀ ਦੱਸ ਦਿਓ ਕੀ ਇਹ ਬਣ ਰਿਹਾ? ਜਿਵੇਂ ਇਹ ਦੋਲਾ ਜੰਤਰ ਇਹਨੂੰ ਕਿਹਾ ਜਾਂਦਾ ਜੀ, ਦੋਲਾ ਜੰਤਰ ਆ ਇਹ ਦੋਲਾ ਜੰਤਰ ਦੇ ਵਿੱਚ ਚੀਜ਼ ਜਿਹੜਾ ਅਸੀਂ ਸਾਡੀ ਕਾਸਟ ਔਸ਼ਧੀਆਂ ਦਾ ਕੁਆਥ ਕਰਕੇ ਉਹਦੇ ਵਿੱਚ ਭਸਮ ਆ। ਜਿਵੇਂ ਹੁਣ ਇਹਦੇ 'ਚ ਅਸੀਂ ਸ਼ਿੰਗਰਫ ਪਾ ਰਹੇ ਹਾਂ, ਸ਼ਿੰਗਰਫ ਸ਼ੁੱਧੀਕਰਨ ਹੋ ਰਿਹਾ। ਇਹ ਸ਼ਿੰਗਰਫ ਸ਼ੁੱਧੀਕਰਨ ਆ ਜਿਹੜੀ, ਜਿਵੇਂ ਤੁਸੀਂ ਪਹਿਲਾਂ ਸੁਣਿਆ ਹੋਣਾ ਵੀ ਮੈਨੂੰ ਫਲਾਣੇ ਵੈਦ ਨੇ ਸੂਈ ਦੇ ਨੱਕੇ ਤੇ ਦਵਾਈ ਦੇਤੀ, ਮੁੜ ਕੇ ਦਵਾਈ ਖਾਣ ਦੀ ਲੋੜ ਨਹੀਂ ਪਈ। ਇਹ ਇੱਕ ਜਿਹੜੀ ਆਪਾਂ ਕਹਿ ਦਈਏ ਬਾਜ਼ੀਕਰਨ ਰੋਗ ਦੇ ਵਿੱਚ, ਮਰਦਾਨਾ ਤਾਕਤ ਦੇ ਵਿੱਚ, ਸੂਈ ਦੇ ਨੱਕੇ ਤੇ ਜਿਹਨੂੰ ਅਸੀਂ 1 ਮਹੀਨਾ ਖਿਲਾ ਦਈਏ, ਮੁੜ ਕੇ ਤਾਂ ਉਮਰ ਉਹ ਬੰਦਾ ਜਵਾਨ ਰਹਿੰਦਾ। ਸੋ ਤੁਸੀਂ ਵੇਖ ਸਕਦੇ ਆ ਵੀ ਜਿਵੇਂ ਛੋਟੇ ਡੱਬੇ ਰੱਖੇ ਹੁੰਦੇ ਨਾ ਵੈਦਾਂ ਦੇ ਕੋਲ, ਪਹਿਲਾਂ ਉਹ ਹੁੰਦਾ ਵੀ ਕਦੇ ਕਿਤੋਂ ਕਿਲੋ ਕੁ ਦਵਾਈ ਲੈ ਲਈ, ਕਦੇ ਕਿਤੋਂ ਲੈ ਲਈ, ਪਰ ਜਿਹੜਾ ਆਪ ਤਿਆਰ ਕੀਤਾ ਜਾਂਦਾ ਇਸ ਤਰ੍ਹਾਂ ਤੁਸੀਂ ਵੇਖ ਸਕਦੇ ਆ ਵੱਡੀ ਕੁਆਂਟੀਟੀ ਦੇ ਵਿੱਚ ਤਿਆਰ ਕੀਤਾ ਜਾਂਦਾ ਆ। ਕਿਹੜੀਆਂ ਓਰੀਜਨਲ ਚੀਜ਼ਾਂ ਪਾਈਆਂ ਜਾ ਰਹੀਆਂ, ਉਸ ਦੇ ਨਾਲ ਲੋਕਾਂ ਨੂੰ ਆਰਾਮ ਮਿਲ ਰਿਹਾ। ਇਹ ਜਿਹੜੇ ਆਹ ਦਰਖਤ ਜਿਹਾ ਪਿਆ, ਇਹ ਕੀ ਚੀਜ਼ ਹੈ? ਇਹ ਗਲੋ ਆ ਜੀ। ਇਹ ਗਲੋ ਅਸੀਂ ਸਾਨੂੰ ਇੱਥੋਂ ਆਮ ਜਿਹੜੇ ਸਾਡੇ ਨੇੜੇ ਤੇੜੇ ਪਿੰਡਾਂ ਦੇ ਕਿਸਾਨ ਨੇ ਉਹਨਾਂ ਤੋਂ ਖਰੀਦਦੇ ਆ ਅਸੀਂ ਜੀ। ਤੇ ਇੱਕ ਮੈਂ ਇਹ ਵੀ ਦੇਖ ਰਿਹਾ ਹੈਗਾ ਵੀ ਅੰਦਰ ਵੀ ਕਾਫੀ ਮਸ਼ੀਨਾਂ ਲੱਗੀਆਂ, ਪਰ ਇਹ ਕੀ ਤਿਆਰ ਹੋ ਰਿਹਾ? ਇਹ ਬਣ ਰਹੀ ਹੈ ਜੀ ਵੰਗ ਭਸਮ, ਕੁਸ਼ਤਾ ਕਲੀ। ਜਿਵੇਂ ਕਹਿੰਦੇ ਨੇ ਨਾ, ਮਰਦ ਨੂੰ ਵੰਗ, ਘੋੜੇ ਨੂੰ ਤੰਗ। ਇਹ ਵੀ ਇੱਕ ਮਰਦਾਨਾ ਤਾਕਤ 'ਚ ਸਾਡੇ ਕੰਮ ਆਉਂਦੀ ਆ। ਕੁਸ਼ਤਾ ਕਲੀ ਇਹ ਅਸੀਂ ਆਪ ਤਿਆਰ ਕਰਦੇ ਆ, ਇਹਨੂੰ 2 ਮਹੀਨੇ ਲੱਗਦੇ ਨੇ। ਜਿਵੇਂ ਮਰਦਾਨਾ ਕਮਜ਼ੋਰੀ ਹੈ, ਜਦੋਂ ਸੰਤਾਨ ਨਹੀਂ ਪੈਦਾ ਹੁੰਦੀ ਜਾਂ ਕਿੱਦਾਂ, ਹਰ ਇੱਕ ਬਿਮਾਰੀ ਦਾ ਇਹ ਇਲਾਜ ਆ ਜੀ। ਸਿਰਫ ਕੁਸ਼ਤਾ ਕਲੀ ਅਸੀਂ ਦੇ ਦਿੰਦੇ ਆ। ਆਹ ਦੇਖੋ, ਜਿਵੇਂ ਆਮ ਅਸੀਂ ਕੋਈ ਵੀ ਚੂਰਨ ਬਣਾ ਲਿਆ, ਕੋਈ ਭਸਮ ਬਣਾ ਲਈ, ਕੋਈ ਉਹਨੂੰ ਮਿਕਸ ਕਰਨਾ, ਤਾਂ ਉਹ ਵੀ ਅਸੀਂ ਹੱਥਾਂ ਨਾਲ ਨਹੀਂ ਕਰਦੇ। ਕੋਈ ਵੀ ਅਸੀਂ ਦਵਾਈ ਤਿਆਰ ਕਰਦੇ ਆ, ਉਹਨੂੰ ਹੱਥ ਨਹੀਂ ਅਸੀਂ ਨੇ ਲਾਉਣਾ ਜਿੰਨੀ ਦੇਰ ਤੱਕ ਉਹ ਤਿਆਰ ਨਹੀਂ ਹੋ ਜਾਂਦੀ। ਸਾਰਾ ਕੰਮ ਸਟੇਨਲੈਸ ਸਟੀਲ ਦੁਆਰਾ ਕੀਤਾ ਜਾਂਦਾ। ਕਿਉਂਕਿ ਜਦੋਂ ਹੱਥਾਂ ਨਾਲ ਲਾਉਨੇ ਹੋ ਕਈ ਵੇਲੇ ਧੂੜ ਜਾਂ ਕੋਈ ਆ ਜਾਂਦੀ ਹੈ ਜੀ, ਕੋਈ ਵਾਇਰਸ ਆ ਜਾਂਦਾ ਜੀ, ਫਿਰ ਉਹ ਦਵਾਈ ਖਰਾਬ ਹੋ ਜਾਂਦੀ ਆ, ਕੰਮ ਨਹੀਂ ਕਰਦੀ ਉਸ ਲੈਵਲ ਤੇ। ਸੋ ਬਾਕੀ ਜਿਹੜਾ ਆਪਾਂ ਸੁਣਿਆ ਸੀ ਵੀ ਦੇਸੀ ਦਵਾਖਾਨਾ, ਇਸ ਤਰ੍ਹਾਂ ਦੇਸੀ ਦਵਾਈਆਂ ਤਿਆਰ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ, ਜਿਸ ਨਾਲ ਬਹੁਤ ਘੱਟ ਖਰਚੇ ਦੇ ਵਿੱਚ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਆ। ਵੈਦੀ ਇਹ ਕੀ ਚੱਲ ਰਿਹਾ ਹੈ, ਕੀ ਹੋ ਬਣ ਰਿਹਾ ਹੈ? ਦਵਾਈ ਨੂੰ ਛਾਣ ਰਹੇ ਆ ਜੀ ਅਸੀਂ। ਛਾਣਦੇ ਵੀ ਹੱਥ ਨਾਲ ਨਹੀਂ, ਜਿਹੜੀ ਮੈਂ ਬੇਨਤੀ ਪਹਿਲਾਂ ਕੀਤੀ ਆ। ਇਹ ਛਾਣਨਾ ਹੈ, ਇਹ ਛਾਣਨ ਵਾਸਤੇ ਆ ਜੀ। ਦੇਖੋ, ਹੱਥ ਨਹੀਂ ਇਸ ਦਵਾਈ ਨੂੰ ਲੱਗੂਗਾ ਜਿੰਨੀ ਦੇਰ ਇਹ ਤਿਆਰ ਨਹੀਂ ਹੁੰਦੀ। ਇਹ ਦਵਾਈ ਛਾਣ ਕੇ ਦਾਣਾ ਤਿਆਰ ਹੋ ਕੇ, ਜਿਵੇਂ ਅੱਜ ਕੱਲ੍ਹ ਕਈਆਂ ਨੂੰ ਨਾ ਪੁੜੀਆਂ ਖਾਣੀਆਂ ਔਖੀਆਂ ਲੱਗਦੀਆਂ ਨੇ, ਤਾਂ ਅਸੀਂ ਐਕਸਟਰੈਕਟ ਕੱਢ ਕੇ ਉਹ ਦਵਾਈਆਂ ਦੀ ਟੈਬਲੇਟ ਤਿਆਰ ਕਰ ਦਿੰਦੇ ਆ। ਕਿਉਂਕਿ ਹੁਣ ਸਾਡਾ ਕੰਪੀਟੀਸ਼ਨ ਆਯੁਰਵੇਦ ਵਾਲਿਆਂ ਨਾਲ ਨਹੀਂ ਹੈਗਾ,
ਜੇ ਆਯੁਰਵੇਦ ਵਾਲੇ ਜਿਹੜੇ ਪੁੜੀਆਂ ਦਿੰਦੇ ਨੇ ਜਾਂ ਦਵਾਈਆਂ ਕੁੱਟ ਕੇ ਡੱਬਿਆਂ 'ਚ ਪਾ ਕੇ ਰੱਖਦੇ ਨੇ। ਸਾਡਾ ਹਾਇਰ ਲੈਵਲ ਤੇ ਕੰਪੀਟੀਸ਼ਨ ਆ ਵੀ ਅਗਲਾ ਐਲੋਪੈਥੀ ਤੋਂ ਬੜੇ ਇੰਸਟੀਚਿਊਟ ਤੋਂ ਇਲਾਜ ਕਰਾ ਕੇ ਫਿਰ ਸਾਡੇ ਕੋਲ ਆਉਂਦਾ। ਫਿਰ ਅਸੀਂ ਉਹਨੂੰ ਜੇ ਖਰੇ ਨਾ ਉਤਰੀ ਉਸ ਚੀਜ਼ ਤੇ ਤਾਂ ਸੰਗਤ ਨੂੰ ਜਿਹਨੂੰ ਤੁਸੀਂ ਮਿਲੇ ਹੋ ਪਹਿਲਾਂ ਬਾਹਰ, ਫਿਰ ਅਗਲੇ ਨੇ ਨਹੀਂ ਕਹਿਣਾ ਵੀ ਮੈਨੂੰ ਆਰਾਮ ਆ ਗਿਆ। ਸਭ ਤੋਂ ਘੱਟ ਰੇਟ, ਸਭ ਤੋਂ ਘੱਟ ਸਮੇਂ ਦੇ ਵਿੱਚ 100% ਤੁਹਾਡੀਆਂ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਰਿਹਾ ਹੈ। ਸੋ ਸਾਡਾ ਅੱਜ ਦੀ ਵੀਡੀਓ ਦਾ ਮਕਸਦ ਤਾਂ ਸਿਰਫ ਇਹ ਆ ਵੀ ਜਿਹੜੇ ਲੋਕ ਲੱਖਾਂ ਰੁਪਏ ਲਵਾ ਕੇ ਵੀ ਇਲਾਜ ਨਹੀਂ ਕਰਵਾ ਸਕਦੇ ਜਾਂ ਉਹਨਾਂ ਦੀ ਲੁੱਟ ਹੋ ਰਹੀ ਆ, ਉਹਨੂੰ ਇਲਾਜ ਨਹੀਂ ਮਿਲਦਾ, ਤੁਸੀਂ ਇੱਥੇ ਵੈਦ ਸ਼ਿਵ ਕੁਮਾਰ ਜੀ ਕੋਲ ਆਉਣਾ ਹੈਗਾ। ਬਹੁਤ ਘੱਟ ਖਰਚੇ ਤੇ ਤੁਹਾਨੂੰ ਸਫਲ ਦਾ ਇਲਾਜ ਜਿਹੜਾ ਕਿ ਮਿਲ ਰਿਹਾ ਆ। ਹਾਂਜੀ, ਇਹ ਕੀ ਬਣ ਰਿਹਾ ਹੈ? ਇਹ ਟੈਬਲੇਟ ਬਣ ਰਹੀ ਹੈ ਜੀ, ਇਹ ਟੈਬਲੇਟ ਬਣ ਰਹੀ ਆ। ਅੱਛਾ, ਇਹ ਜਿਹੜਾ ਚੂਰਨ ਆ, ਚੂਰਨ ਪੈਂਦਾ ਤੇ ਇਦਾਂ ਟੈਬਲੇਟ ਬਣ ਕੇ ਆ ਹਾਂਜੀ, ਚੂਰਨ ਤੋਂ ਭਾਵੇਂ ਦਵਾਈ ਆ, ਇਹਦਾ ਘਣ ਸੱਤ ਐਕਸਟ੍ਰੈਕਟ ਕੱਢ ਕੇ, ਜਿਵੇਂ 5 ਕਿਲੋ ਕੋਈ ਬੂਟੀ ਆ, ਉਹਦਾ ਅਸੀਂ ਐਕਸਟ੍ਰੈਕਟ ਕੱਢ ਲੈਣਾ, ਉਹਨੇ 250 ਗ੍ਰਾਮ ਰਹਿ ਜਾਣਾ, ਫਿਰ ਉਹਨੂੰ ਅਸੀਂ ਟੈਬਲੇਟ ਫਾਰਮ 'ਚ ਲਿਆਉਣਾ। ਦੇਖੋ ਟੈਬਲੇਟ ਤਿਆਰ ਹੋ ਜਾਣੀ। ਇਹਦੇ 'ਚ ਇਹ ਆ ਵੀ ਖਾਣਾ ਸੌਖਾ, ਯੰਗ ਜਨਰੇਸ਼ਨ ਹੁਣ ਪੁੜੀਆਂ ਖਾ ਨਹੀਂ ਸਕਦੀ, ਉਸ ਕਰਕੇ ਉਹਦੀ ਸਹੂਲਤ ਲਈ ਆ ਚੀਜ਼ ਤਿਆਰ ਹੋ ਰਹੀ। ਵੈਸੇ ਬਾਈ ਜੀ ਇਹ ਬਹੁਤ ਵੱਡਾ ਚੈਲੰਜ ਹੋ ਜਾਂਦਾ, ਲੋਕ ਤੁਹਾਡੇ ਕੋਲ ਆਸਾਂ ਲੈ ਕੇ ਆਉਂਦੇ ਆ, ਤੁਸੀਂ ਥੋੜੇ ਪੈਸਿਆਂ 'ਚ ਥੋੜੇ ਸਮੇਂ 'ਚ ਇਲਾਜ ਵੀ ਕਰਕੇ ਦਿੰਦੇ ਹੋ, ਪਲੱਸ ਤੁਸੀਂ ਜਿਹੜੀਆਂ ਇਹ ਦੇਸੀ ਦਵਾਈਆਂ ਹੈਗੀਆਂ ਇਹ ਵੀ ਤੁਸੀਂ ਖੁਦ ਤਿਆਰ ਕਰਦੇ ਹੋ, ਕਿਉਂਕਿ ਇਹਦੇ ਵਿੱਚ ਇੱਕ ਬਹੁਤ ਵੱਡਾ ਰਿਸਕ ਵੀ ਹੁੰਦਾ, ਇੱਕ ਬਹੁਤ ਵੱਡੀ ਸੂਝ ਵੀ ਹੁੰਦੀ ਹੈ ਵੀ ਜਿਹੜਾ ਤੁਹਾਡਾ ਪਿਛਲਾ 20 ਸਾਲਾਂ ਤੋਂ ਲੋਕਾਂ ਦੇ ਵਿਸ਼ਵਾਸ ਬਣਿਆ ਵੀ ਉਹ ਤੁਹਾਡੇ ਕੋਲ ਆਉਣ, ਇਹ ਦੇਸੀ ਦਵਾਈਆਂ ਦੇ ਨਾਲ ਉਹ ਜਲਦ ਠੀਕ ਹੋ ਜਾਣ। ਸੋ ਬਣਾਉਣ ਦੇ ਵਿੱਚ ਵੀ ਕਿਹੜੀ ਵਿਧੀ ਵਰਤ ਰਹੇ ਹੋ ਤੇ ਕਿਸ ਤਰ੍ਹਾਂ ਤੁਸੀਂ ਇਹ ਸਾਰਾ ਕੁਝ ਸਿੱਖਿਆ ਹੈਗਾ, ਇੱਕ ਬਹੁਤ ਵੱਡਾ ਚੈਲੰਜ ਨਹੀਂ ਤੁਹਾਡੇ ਲਈ ਇਹ ਚੈਲੰਜ ਦੇਖੋ ਬਹੁਤ ਵੱਡਾ, ਪਰ ਜਦੋਂ ਕਿਸੇ ਮਹਾਂਪੁਰਖਾਂ ਦਾ ਤੁਹਾਡੇ ਸਿਰ ਤੇ ਹੱਥ ਹੁੰਦਾ ਤਾਂ ਚੈਲੰਜ ਛੋਟੇ ਹੋ ਜਾਂਦੇ ਨੇ। ਮੈਂ ਧੰਨਵਾਦ ਕਰਦਾ ਸਾਡੇ ਗੁਰੂਦੇਵ ਸਵਾਮੀ ਸ਼ੰਕਰਾਨੰਦ ਜੀ ਮਹਾਰਾਜ ਭੂਰੀ ਵਾਲੇ ਧਾਮ ਤਲਵੰਡੀ ਵਾਲਿਆਂ ਦਾ, ਜਿਨ੍ਹਾਂ ਨੇ ਸਾਨੂੰ ਆਯੁਰਵੇਦ ਦੇ ਸਮੁੰਦਰ ਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਨਾ ਵੀ ਗੋਤੇ ਲਾਉਣੇ ਸਿਖਾਏ ਨੇ। ਉਹਨਾਂ ਨੇ ਸਾਰੀ ਕਿਰਪਾ ਇਹ, ਉਹਨਾਂ ਨੇ ਸਾਨੂੰ ਹਰ ਚੀਜ਼ ਤੇ ਹਰ ਪਹਿਲੂ ਤੇ, ਕਿਉਂਕਿ ਵਿਦਿਆ ਹੀ ਮਹਾਂਪੁਰਖਾਂ ਦੀ ਆ। ਮੈਂ ਮੇਰਾ YouTube ਤੇ ਚੈਨਲ ਹੈ ਵੈਦ ਸ਼ਿਵ ਕੁਮਾਰ, ਉਹਦੇ ਤੇ ਵੀ ਜਾ ਕੇ ਦੇਖ ਸਕਦੇ ਹੋ, ਉਹਦੇ ਤੇ ਵੀ ਦੱਸਦਾ ਹੁੰਦਾ ਵੀ ਉਹਨਾਂ ਦੀ ਕਿਰਪਾ ਨਾਲ ਇਹ ਅੱਜ ਜੋ ਹੋ ਰਿਹਾ, ਜੋ ਚਮਤਕਾਰ ਹੋ ਰਿਹਾ, ਲੋਕ ਪੂਰੇ ਪੰਜਾਬ ਤੋਂ, ਪੂਰੇ ਇੰਡੀਆ ਚੋਂ ਤੇ ਬਾਹਰਲੇ ਦੇਸ਼ਾਂ ਚੋਂ, ਵਿਦੇਸ਼ਾਂ ਚੋਂ ਸੰਗਤਾਂ ਆ ਰਹੀਆਂ ਨੇ, ਉਹਨਾਂ ਦੀ ਕਿਰਪਾ ਨਾਲ ਆ ਰਹੀ। ਤੇ ਇਹ ਮੈਨੂੰ ਦੱਸੋ ਲਾਸਟ ਦੇ ਵਿੱਚ, ਹੁਣ ਸਮਾਂ ਵੀ ਤੁਹਾਡਾ ਜ਼ਿਆਦਾ ਨਹੀਂ ਲੈਣਾ, ਤੁਸੀਂ ਮਰੀਜ਼ ਵੀ ਦੇਖਣੇ ਆ, ਇਹਦੇ ਵਿੱਚ ਕੀ ਹੁੰਦਾ, ਇਹ ਕਿਹੜੀ ਮਸ਼ੀਨ ਹੈਗੀ ਆ? ਇਹ ਐਕਸਟ੍ਰੈਕਟ ਕੱਢਦੇ ਆ ਜੀ ਅਸੀਂ, ਜਿਵੇਂ ਮੈਂ ਦੱਸਿਆ ਨਾ ਟੈਬਲੇਟ ਬਣਾਉਣ ਲਈ ਜਾਂ ਹੋਰ ਚੀਜ਼ ਨੂੰ ਡਿਲਿਊਟ ਕਰਕੇ ਉਸ ਨੂੰ ਸ਼ਾਰਟ ਫਾਰਮ 'ਚ ਲਿਆਉਣ ਲਈ। ਜਿਵੇਂ ਹੁਣ ਆਪਾਂ ਕਹਿ ਦਈਏ ਵੀ ਤੂੰ 1 ਚਮਚਾ ਖਾਣਾ ਦਵਾਈ ਦਾ, ਉਹ ਨਹੀਂ ਖਾਧਾ ਜਾਂਦਾ, ਇਹਦੇ ਨਾਲ ਕੀ ਆ ਤੁਪਕਿਆਂ 'ਚ ਪਹੁੰਚ ਜਾਣਾ ਦਵਾਈ ਨੇ, ਇਸ ਕਰਕੇ ਐਕਸਟ੍ਰੈਕਟ ਦੀ ਮਸ਼ੀਨ ਆ। ਸੋ ਅੱਜ ਅਸੀਂ ਪਹੁੰਚੇ ਸੀਗੇ ਵੈਦ ਸ਼ਿਵ ਕੁਮਾਰ ਜੀ ਦੇ ਕੋਲ, ਜਿਹੜਾ ਕਿ ਵਾਰ-ਵਾਰ ਲੋਕਾਂ ਦੇ ਬਹੁਤ ਵੱਡੀਆਂ ਕਾਲਸ ਆ ਰਹੀਆਂ ਸਨ। ਜਿੰਨੇ ਵੀ ਲੋਕ ਜਿਹੜੇ ਪੰਜਾਬ ਜਾਂ ਆਊਟ ਆਫ ਪੰਜਾਬ ਹੈਗੇ ਆ, ਤੁਸੀਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਂ ਹੋਰ ਦੇਸੀ ਦਵਾਖਾਨੇ ਜਾਂ ਵੈਦਾਂ ਤੋਂ ਅੱਕ ਚੁੱਕੇ ਹੋ, ਪੂੜੀਆਂ ਖਾ ਕੇ ਇਲਾਜ ਕਰਵਾ ਥੱਕ ਚੁੱਕੇ ਹੋ, ਪਰ ਤੁਹਾਡਾ ਇਲਾਜ ਨਹੀਂ ਹੋ ਰਿਹਾ, ਪੈਸੇ ਤੁਹਾਡੇ ਲੱਗੀ ਜਾ ਰਹੇ ਆ। ਸੋ ਉਹਨਾਂ ਲਈ ਇਹ ਬਹੁਤ ਰਾਹਤ ਵਾਲੀ ਖਬਰ ਹੈਗੀ। ਤੁਸੀਂ ਪੰਜਾਬ ਦੇ ਸਰਹੰਦ ਸ਼ਹਿਰ ਸਾਨੀਪੁਰ ਰੋਡ ਤੇ ਆਉਣਾ ਹੈਗਾ, ਜਿਹੜਾ ਕਿ ਇੱਥੇ ਵੈਦ ਸ਼ਿਵ ਕੁਮਾਰ ਜੀ ਖੁਦ ਤੁਹਾਨੂੰ ਵੇਖਦੇ ਵੀ ਹੈਗੇ ਆ ਤੇ ਤੁਹਾਨੂੰ ਸਹੀ ਰਸਤਾ ਦੱਸ ਦਿੰਦੇ ਆ ਵੀ ਤੁਸੀਂ ਕਿੰਨੇ ਟਾਈਮ 'ਚ ਠੀਕ ਹੋਣਾ, ਤੁਹਾਡਾ ਕੀ ਇਲਾਜ ਹੈਗਾ ਆ। ਤੁਸੀਂ ਇੱਥੇ ਆ ਕੇ ਆਪਣਾ ਸਫਲ ਇਲਾਜ ਕਰਾ ਸਕਦੇ ਆ ਘੱਟ ਪੈਸਿਆਂ ਦੇ ਵਿੱਚ। ਇਹ ਇੱਕ ਬਹੁਤ ਵੱਡੀ ਤੁਹਾਡੇ ਲਈ ਖਬਰ ਵੀ ਸੀਗੀ ਜੋ ਅਸੀਂ ਸਾਂਝੀ ਕਰਨਾ ਚਾਹੁੰਦੇ ਸੀ। ਵੈਦ ਜੀ ਕੋਲੋਂ ਕਾਫੀ ਲੰਬੇ ਸਮੇਂ ਤੋਂ ਅਸੀਂ ਟਾਈਮ ਵੀ ਮੰਗ ਰਹੇ ਸੀ, ਪਰ ਅੱਜ ਇਹਨਾਂ ਨੇ ਆਪਣਾ ਟਾਈਮ ਦਿੱਤਾ ਸੀ, ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਮਕਸਦ ਸਾਡਾ ਇੱਕੋ ਹੀ ਆ ਵੀ ਜਿਹੜੇ ਲੋਕ ਹੈਗੇ ਆ ਪੰਜਾਬ ਦੇ, ਉਹਨਾਂ ਦਾ ਫਾਇਦਾ ਹੋ ਸਕੇ। ਤੁਹਾਡਾ ਕੋਈ ਸਵਾਲ ਹੈਗਾ, ਕੋਈ ਕੁਐਰੀ ਹੈਗੀ ਆ, ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਲੱਗੀ ਜਾਂ ਤੁਸੀਂ ਕੋਈ ਪੁੱਛਣਾ ਚਾਹੁੰਦੇ ਆ, ਕਿਸੇ ਇਲਾਜ ਬਾਰੇ ਕੋਈ ਸਲਾਹ ਲੈਣੀ ਚਾਹੁੰਦੇ ਹੋ, ਤੇ ਸਾਡੀ ਸਕਰੀਨ ਤੇ ਨੰਬਰ ਆ ਰਿਹਾ, ਤੁਸੀਂ ਇਹਨਾਂ ਨੰਬਰਾਂ ਤੇ ਫੋਨ ਕਰਕੇ ਵੈਦ ਜੀ ਦੇ ਨਾਲ ਸਿੱਧੀ ਗੱਲਬਾਤ ਵੀ ਕਰ ਸਕਦੇ ਹੋ। ਕੈਮਰਾਮੈਨ ਜੱਸੀ ਸੈਣੀ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ, ਸਰਹੰਦ।